ਸਨਮਾਨਯੋਗ ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਵੱਲੋਂ ਚੱਲ ਰਹੀ ਰੋਜ਼ਾਨਾ ਗੁਰਮਤਿ ਕਲਾਸ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਹਰ ਸ਼ੁੱਕਰਵਾਰ ਭਗਤ ਬਾਣੀ ਵਿੱਚੋਂ ਅਸੀਂ ਕੁਝ 94 ਸ਼ਬਦਾਂ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਉਹ ਸ਼ਬਦ ਜਿਨ੍ਹਾਂ ਦੇ ਅਰਥ ਬੋਧ ਪਦ ਅਰਥ ਥੋੜੇ ਮੁਸ਼ਕਿਲ ਹਨ, ਜਾਂ ਦੇ ਅੰਤਰੀਵ ਭਾਵ ਥੋੜੇ ਔਖੇ ਹਨ, ਉਹਨਾਂ ਨੂੰ ਸ਼ਬਦਾਂ ਦੀ ਵਿਚਾਰ ਆਪ ਜੀ ਨਾਲ ਸਾਂਝੀ ਕੀਤੀ ਜਾਂਦੀ ਹੈ। ਅੱਜ ਦਾ ਸ਼ਬਦ ਆਪ ਜੀ ਦੀ ਸਕਰੀਨ ਉੱਤੇ ਆਪ ਦੇਖ ਰਹੇ ਹੋ। ਪਹਿਲ ਪੁਰੀਏ ਪੁੰਡਰਖ ਬਨਾ ਤਾਂ ਚੇ ਹੰਸਾ ਸਗਲੇ ਜਨਾ। ਇਹ ਸ਼ਬਦ ਦੀ ਵਿਚਾਰ ਅੱਜ ਕਰਨੀ ਹੈ। ਸ਼ਬਦ ਦੀ ਵਿਚਾਰ ਕਰਨਗੇ ਵੀਰ ਕੁਲਵੰਤ ਸਿੰਘ ਜੀ ਜੰਮੂ ਤੋਂ, ਕਿਉਂਕਿ ਭਾਸ਼ਾ ਜਿਹੜੀ ਹੈ ਪੰਜਾਬੀ ਨਹੀਂ ਹੈ, ਇਸ ਵਾਸਤੇ ਇਸ ਨੂੰ ਇਕੱਲੇ ਅੱਖਰ ਦੇ ਅਰਥ ਵੀ ਸਾਨੂੰ ਸਮਝਣੇ ਪੈਣਗੇ। ਵੀਰ ਕੁਲਵੰਤ ਸਿੰਘ ਜੀ ਸਾਨੂੰ ਸਾਰੀ ਜਾਣਕਾਰੀ ਦੇਣਗੇ। ਬੇਨਤੀ ਕਰ ਰਹੇ ਹਾਂ ਵੀਰ ਕੁਲਵੰਤ ਸਿੰਘ ਜੀ, ਕਿਰਪਾ ਕਰੋ ਜੀ, ਸ਼ਬਦ ਦੀ ਵਿਚਾਰ ਸ਼ੁਰੂ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁਖ ਤੁਝ ਹੀ ਪਾਸ। ਜਿਉ ਬੁਲਾਵੈਂ ਤਿਉ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਤਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੇ ਨਾਚਨਾ। ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾਦ ਮਰਾ। ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ, ਪਿੰਦੇ ਮਹਿ ਸਾਗਰਾ। ਰਹਾਉ ਪਹਿਲ ਪੁਰਸ਼ਾ ਬੇਰਾ ਅਥੂਨ ਪੁਰਸ਼ਾਦਮਰਾ। ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ, ਪਿੰਦੇ ਮਹਿ ਸਾਗਰਾ। ਰਹਾਉ ਨਾਚੰਤੇ ਗੋਪੀ ਜਨਾ, ਨਈਆ ਤੇ ਬੈਰੇ ਕੰਨਾ। ਤਰਕੁ ਨਾਚਾ ਰਮਿਆ ਚਾ, ਕੇਸ਼ਵਾ ਬਚੌਨੀ ਅਈਏ ਮਈਏ। ਏਕ ਆਨ ਜੀਓ ਪਿੰਧੀ ਉਬ ਕਲੇ ਸੰਸਾਰਾ। ਪ੍ਰਮ ਆਏ ਤੁਮਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ ਖੋਜੀ। ਆਲਾ ਤੇ ਨਿਵਾਰਣਾ ਜਮ ਕਾਰਣਾ, ਤੂੰ ਕੁਨ ਰੇ ਮੈਂ ਜੀ ਨਾਮਾ ਖੋਜੀ। ਆਲਾ ਤੇ ਨਿਵਾਰਣਾ ਜਮ ਕਾਰਣਾ। ਪਰਮ ਸਨਮਾਨਯੋਗ ਆਨਲਾਈਨ ਕਲਾਸ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕੁਝ ਸਮਾਂ ਇਸ ਕਲਾਸ ਦੇ ਮਾਧਿਅਮ ਰਾਹੀਂ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਵਿਚਾਰ ਕਰਨ, ਸੁਣਨ, ਸਮਝਣ
ਲਈ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਸ਼ਬਦ ਜਿਸ ਦਾ ਪਾਠ ਅਸੀਂ ਸਰਵਣ ਕੀਤਾ ਹੈ, ਧਨਾਸਰੀ ਰਾਗ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ 693 ਅੰਕ ਤੇ ਸੁਭਾਇਮਾਨ ਹੈ। ਸ਼ਬਦ ਦਾ ਕੇਂਦਰੀ ਭਾਵ ਜੋ ਰਾਹੋਂ ਦੇ ਬੰਦ ਵਿੱਚ ਹੁੰਦਾ ਹੈ, ਜੋ ਅੱਜ ਦੇ ਇਸ ਸ਼ਬਦ ਦਾ ਮੁੱਖ ਸੰਦੇਸ਼ ਹੈ, ਮੁੱਖ ਟੌਪਿਕ ਹੈ, ਮੁੱਖ ਵਿਸ਼ਾ ਹੈ। ਭਗਤ ਨਾਮਦੇਵ ਜੀ ਉਸ ਰਾਹੋਂ ਦੇ ਬੰਦ ਵਿੱਚ ਉਚਾਰਨ ਕਰਦੇ ਹਨ, ਪਹਿਲ ਪੁਰਸ਼ਾ ਬੇਰਾ ਅਥੋਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਧੀ ਮਹਿ ਸਾਗਰਾ। ਰਾਹੋਂ ਦੇ ਬੰਦ ਵਿੱਚ ਭਗਤ ਨਾਮਦੇਵ ਜੀ ਇਹਨਾਂ ਪੰਕਤੀਆਂ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਅਤੇ ਉਸ ਦੀ ਬਣਾਈ ਹੋਈ ਸ੍ਰਿਸ਼ਟੀ ਦਾ ਉਲੇਖ ਕਰਦਿਆਂ ਫਰਮਾਉਂਦੇ ਹਨ, ਪਹਿਲ ਪੁਰਸ਼ਾ ਬੇਰਾ। ਪੁਰਸ਼ਾ ਬੇਰਾ, ਪੁਰਸ਼ ਅਤੇ ਆਬਰਾ ਸ਼ਬਦ ਤੋਂ ਇਹ ਸ਼ਬਦ ਬਣਿਆ। ਪੁਰਸ਼ ਦਾ ਅਰਥ ਪਰਮਾਤਮਾ। ਗੁਰਮਤ ਦੇ ਅੰਦਰ ਪਰਮਾਤਮਾ ਨੂੰ ਹੀ ਪੁਰਸ਼ ਮੰਨਿਆ। ਨਾਨਕ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੀਆਂ ਜਿਹੜੀਆਂ ਜੀਵ ਨੇ, ਇਸਤਰੀਆਂ ਨੇ, ਅਤੇ ਅਕਾਲ ਪੁਰਖ ਵਾਹਿਗੁਰੂ ਆਪ ਪੁਰਸ਼ ਹੈ। ਪੁਰਸ਼ ਪਰਮਾਤਮਾ, ਆਬਰਾ ਭਾਵ ਆਇਆ, ਪੈਦਾ ਹੋਇਆ, ਪ੍ਰਗਟ ਹੋਇਆ। ਪਹਿਲ ਪੁਰਸ਼ਾ ਬੇਰਾ, ਪਹਿਲ ਪਹਿਲਾਂ, ਸਭ ਤੋਂ ਪਹਿਲਾਂ ਜਦੋਂ ਇਹ ਸੰਸਾਰ ਨਹੀਂ ਸੀ, ਪਰਮਾਤਮਾ ਉਦੋਂ ਵੀ ਸੀ। ਜਦੋਂ ਇਹ ਸੰਸਾਰ ਬਣਿਆ ਉਦੋਂ ਵੀ ਪਹਿਲੇ ਪਰਮਾਤਮਾ ਮੌਜੂਦ ਸੀ। ਸੰਸਾਰ ਬਣਨ ਸਮੇਂ ਵੀ ਪਰਮਾਤਮਾ ਮੌਜੂਦ ਹੈ। ਸੰਸਾਰ ਮੁੱਕ ਜਾਏਗਾ ਫਿਰ ਵੀ ਪਰਮਾਤਮਾ ਮੌਜੂਦ ਰਹੇਗਾ। ਇਹ ਸੰਸਾਰ ਦੀ ਰਚਨਾ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਵਿੱਚ ਕੀਤੀ ਹੋਈ ਹੈ। ਪਹਿਲ ਪੁਰਸ਼ਾ ਬੇਰਾ, ਪਹਿਲ ਦਾ ਅਰਥ ਹੋ ਗਿਆ ਪਹਿਲਾਂ। ਪੁਰਸ਼, ਪੁਰਸ਼ ਪਰਮਾਤਮਾ, ਆਬਰਾ ਭਾਵ ਪ੍ਰਗਟ ਹੋਇਆ। ਅਥੂਨ, ਅਥੂਨ ਦਾ ਅਰਥ ਹੈ ਫਿਰ, ਮੁੜ। ਇਸ ਤੋਂ ਬਾਅਦ ਪਹਿਲੇ ਪਰਮਾਤਮਾ ਪ੍ਰਗਟ ਹੋਇਆ, ਉਸ ਤੋਂ ਬਾਅਦ ਅਥੂਨ ਪੁਰਸ਼ਾ ਦਮਰਾ, ਅਥੂਨ ਪੁਰਸ਼ਾ ਦਮਰਾ। ਅਥੂਨ ਤੋਂ ਭਾਵ ਮੁੜ, ਅਥੂਨ ਤੋਂ ਭਾਵ ਹੈ ਮੁੜ। ਇਸ ਤੋਂ ਬਾਅਦ ਕੀ ਹੋਇਆ? ਪੁਰਸ਼ਾਦ ਦਮਰਾ, ਪੁਰਸ਼ਾਦ ਭਾਵ ਪੁਰਸ਼ਾਦ ਤੋਂ ਬਣਿਆ। ਪੁਰਸ਼ਾਦ ਦਾ ਅਰਥ ਹੈ ਪਰਮਾਤਮਾ ਤੋਂ। ਪੁਰਸ਼ਾਤ, ਪੁਰਸ਼ ਪਰਮਾਤਮਾ, ਪੁਰਸ਼ਾਤ ਪਰਮਾਤਮਾ ਤੋਂ। ਫਿਰ ਪਰਮਾਤਮਾ ਤੋਂ ਕੀ ਬਣਿਆ ਸੰਸਾਰ ਵਿੱਚ? ਪੁਰਸ਼ਾਤ ਅਮਰਾ, ਅਮਰਾ ਦਾ ਅਰਥ ਮਾਇਆ। ਜਿਵੇਂ ਅਸੀਂ ਕਹਿੰਦੇ ਮਾਇਆ ਦਾ ਹੁਕਮ ਵਰਤਦਾ ਹੈ, ਇਹ ਪ੍ਰਕਿਰਤੀ। ਪਹਿਲਾਂ ਪਰਮਾਤਮਾ ਪ੍ਰਗਟ ਹੋਇਆ ਤੇ ਪਰਮਾਤਮਾ ਨੇ ਫਿਰ ਦੂਸਰੇ ਨੰਬਰ ਤੇ ਇਹ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਅਥੂਨ ਪੁਰਸ਼ਾ ਦਮਰਾ ਅਸਗਾ, ਅਸਗ ਦਾ ਅਰਥ ਹੁੰਦਾ ਇਸ ਦਾ, ਇਸ ਦਾ ਪਰਮਾਤਮਾ ਦਾ। ਅਸਗਾ, ਅਸ ਦਾ ਅਰਥ ਹੈ ਅਤੇ, ਐਂਡ। ਪਰਮਾਤਮਾ ਅਤੇ ਸ੍ਰਿਸ਼ਟੀ ਦਾ ਅਸਲਾ ਇੱਕਮਿਕ ਹੋਇਆ। ਅਸਗਾ, ਅਸ ਉਸਗਾ, ਇਸ ਦਾ ਭਾਵ ਪਰਮਾਤਮਾ ਦਾ, ਉਸਗਾ ਉਸ ਸ੍ਰਿਸ਼ਟੀ ਦਾ। ਜਦੋਂ ਇਹਨਾਂ ਦਾ ਮੇਲ ਹੋਇਆ, ਪਰਮਾਤਮਾ ਤੇ ਪ੍ਰਕਿਰਤੀ ਦੇ ਮੇਲ ਨਾਲ, ਇੱਕ ਐਸਾ ਸੁੰਦਰ ਬਾਗ, ਇੱਕ ਸੁੰਦਰ ਸ੍ਰਿਸ਼ਟੀ, ਇਹ ਦੁਨੀਆ ਹੋਂਦ ਵਿੱਚ ਆਈ। ਹਰ ਕਾ ਬਾਗਰਾ, ਇਹ ਸੋਹਣਾ ਬਾਗ। ਬਾਗ ਤੋਂ ਬਾਗਰਾ ਸ਼ਬਦ ਜਿਵੇਂ ਸਿੱਖ ਤੋਂ ਸਿੱਖੜਾ ਸ਼ਬਦ ਬਣਦਾ, ਇਹ ਬਹੁਤ ਪਿਆਰਾ। ਇਸ ਤਰ੍ਹਾਂ ਬਾਗ ਤੋਂ ਬਾਗਰਾ, ਬਹੁਤ ਪਿਆਰਾ ਬਾਗ ਬਣਿਆ। ਇਹ ਦੁਨੀਆ ਜਿਹੜੀ ਦੇਖਣ ਨੂੰ ਬੜੀ ਖੂਬਸੂਰਤ ਲੱਗਦੀ ਹੈ, ਰੰਗੀ, ਅਲੱਗ-ਅਲੱਗ ਰੰਗਾਂ ਵਿੱਚ, ਅਲੱਗ-ਅਲੱਗ ਜੀਵ ਜੰਤੂਆਂ ਦੇ ਰੂਪ ਵਿੱਚ ਇਹ ਸਾਰੀ ਸ੍ਰਿਸ਼ਟੀ ਦਾ ਦ੍ਰਿਸ਼ ਬਹੁਤ ਲੁਭਾਵਣਾ ਜਾਪਦਾ ਹੈ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਅਤੇ ਜੀਵ ਇਸ ਬਾਗ ਦੇ ਅੰਦਰ ਨੱਚ ਰਿਹਾ ਹੈ। ਜੀਵ ਇਸ ਬਾਗ ਦੇ ਅੰਦਰ, ਇਸ ਸੁੰਦਰ ਬਗੀਚੇ ਦੇ ਅੰਦਰ ਬੜਾ ਮਸਤ ਹੋ ਕੇ ਵਿਚਰ ਰਿਹਾ ਹੈ।
ਉਸ ਨੂੰ ਹੋਰ ਕੋਈ ਚੀਜ਼ ਨਹੀਂ ਦਿਖਦੀ। ਇੱਕ ਇਹ ਸਾਰਾ ਸੰਸਾਰ ਇਹ ਕੁਦਰਤ ਦੀ ਰਚਨਾ ਹੀ ਦਿਖਾਈ ਦਿੰਦੀ ਹੈ। ਹਰ ਕਾ ਬਾਗਰਾ ਨਾਚੈ, ਨੱਚਦਾ ਹੈ। ਪਿੰਦੀ, ਪਿੰਦੀ ਕਹਿੰਦੇ ਟਿੰਡਾਂ ਨੂੰ। ਜਿਵੇਂ ਪੁਰਾਣੇ ਸਮਿਆਂ ਦੇ ਅੰਦਰ ਹਲਟ ਹੋਇਆ ਕਰਦੇ ਸਨ, ਖੂਹ ਵਿੱਚੋਂ ਪਾਣੀ ਕੱਢਣ ਲਈ ਹਲਟ ਇੱਕ ਮਾਲਾ ਰੂਪ ਟਿੰਡਾਂ ਦੀ ਮਾਲਾ ਬਣਾ ਕੇ ਉਸ ਨੂੰ ਘੁਮਾਇਆ ਜਾਂਦਾ ਸੀ, ਅਤੇ ਉਹ ਜਦੋਂ ਘੁੰਮਦੀਆਂ ਨੇ ਟਿੰਡਾਂ ਤੇ ਖਾਲੀ ਥੱਲੇ ਜਾਂਦੀਆਂ ਨੇ, ਥੱਲੋਂ ਭਰ ਕੇ ਫਿਰ ਉੱਪਰ ਨੂੰ ਆਉਂਦੀਆਂ ਨੇ, ਤੇ ਚੁਬੱਚੇ ਵਿੱਚ ਉਹ ਪਾਣੀ ਉਡੇਲਦੀਆਂ ਜਾਂਦੀਆਂ ਨੇ, ਡੋਲਦੀਆਂ ਜਾਂਦੀਆਂ ਨੇ, ਅਤੇ ਪਾਣੀ ਉਸ ਚੁਬੱਚੇ ਰਾਹੀਂ ਫਿਰ ਅੱਗੇ ਖੇਤਾਂ ਨੂੰ ਜਾਂ ਹੋਰ ਕੰਮਾਂ ਵਾਸਤੇ ਯੂਜ਼ ਕੀਤਾ ਜਾਂਦਾ, ਵਰਤਿਆ ਜਾਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਪਰਮਾਤਮਾ ਅਤੇ ਇਸ ਪ੍ਰਕਿਰਤੀ ਦੇ ਮੇਲ ਨਾਲ ਇਹ ਸੁੰਦਰ ਬਾਗ ਬਣਿਆ, ਜਿਸ ਬਾਗ ਦੇ ਅੰਦਰ ਇਹ ਜੀਵ ਵੱਖ-ਵੱਖ ਸ਼ਕਲਾਂ ਦੇ, ਵੱਖ-ਵੱਖ ਰੂਪਾਂ ਦੇ, ਜਿਵੇਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਨੇ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਜਿਸ ਪਰਮਾਤਮਾ ਨੇ ਇਹ ਵੱਖ-ਵੱਖ ਰੰਗਾਂ ਦੀ, ਵੱਖ-ਵੱਖ ਨਸਲਾਂ ਦੀ, ਵੱਖ-ਵੱਖ ਭਾਂਤ ਦੀ ਇਹ ਸ੍ਰਿਸ਼ਟੀ ਪੈਦਾ ਕੀਤੀ, ਅਤੇ ਇਸ ਸ੍ਰਿਸ਼ਟੀ ਵਿੱਚ ਇਹ ਜੀਵ ਇੰਜ ਨੱਚ ਰਹੇ ਹਨ ਜਿਵੇਂ ਪਿੰਦੀ ਮੈਂ ਸਾਗਰਾ। ਜਿਵੇਂ ਪਾਣੀ ਉਹਨਾਂ ਟਿੰਡਾਂ ਰਾਹੀਂ ਥੱਲਿਓਂ ਭਰ ਕੇ ਆਉਂਦੀਆਂ ਨੇ, ਉਹ ਜਦੋਂ ਉਡੇਲਦੀਆਂ ਨੇ ਤੇ ਉਹ ਪਾਣੀ ਇੰਜ ਘੁੰਮ ਰਿਹਾ, ਚੱਕਰ ਕੱਟ ਰਿਹਾ, ਅਤੇ ਇਹ ਜੀਵ ਵੀ ਇਸ ਸੰਸਾਰ ਵਿੱਚ ਆਉਂਦੇ ਨੇ ਭਰ ਕੇ। ਇੱਥੋਂ ਅਗਰ ਉਹ ਵਾਪਸ ਮੁੜਦੀਆਂ ਨੇ, ਟਿੰਡਾਂ ਖਾਲੀ ਹੋ ਕੇ ਵਾਪਸ ਮੁੜ ਜਾਂਦੀਆਂ ਨੇ, ਅਤੇ ਪਾਣੀ ਜਿਵੇਂ ਨੱਚਦਾ ਕਲੋਲ ਕਰਦਾ, ਉਹ ਲਗਾਤਾਰ ਚੱਲ ਰਿਹਾ ਹੁੰਦਾ ਹੈ। ਤੇ ਉਸ ਪਾਣੀ ਦੇ ਉਸ ਦ੍ਰਿਸ਼ ਨੂੰ ਦੇਖ ਕੇ ਭਗਤ ਨਾਮ ਜੀ ਆਖਦੇ ਨੇ, ਜਿਵੇਂ ਉਹ ਟਿੰਡਾਂ ਦੇ ਰਾਹੀਂ ਪਾਣੀ ਨੱਚ ਰਿਹਾ ਹੈ, ਇਵੇਂ ਇਹ ਜੀਵ ਵੀ ਸੰਸਾਰ ਦੇ ਬਗੀਚੇ ਦੇ ਅੰਦਰ ਲੁਭਾਇਮਾਨ ਹੋ ਕੇ, ਮਸਤ ਹੋ ਕੇ ਵਿਚਰ ਰਿਹਾ ਹੈ। ਪਿੰਦੀ ਮੈਂ ਸਾਗਰਾ, ਜਿਵੇਂ ਪਾਣੀ ਨੱਚ ਰਿਹਾ, ਉਹਨਾਂ ਟਿੰਡਾਂ ਦੇ ਵਿੱਚ ਥੱਲੋਂ ਭਰ ਕੇ ਆਉਂਦੀਆਂ ਨੇ, ਇੱਥੇ ਆ ਕੇ ਕੁਝ ਰਹਿੰਦੀਆਂ ਨੇ, ਅਤੇ ਫਿਰ ਖਾਲੀ ਹੋ ਕੇ ਵਾਪਸ ਚਲਾ ਜਾਂਦੀਆਂ ਨੇ ਟਿੰਡਾਂ। ਇੰਜ ਇਹ ਸਾਰਾ ਸੰਸਾਰ ਪਰਮਾਤਮਾ ਨੇ ਪੈਦਾ ਕੀਤਾ, ਅਤੇ ਇਸ ਅੰਦਰ ਜੀਵ ਵੱਖ-ਵੱਖ ਤਰ੍ਹਾਂ ਦੇ ਕਰਕੇ ਆਪਣਾ ਜੀਵਨ ਭੋਗ ਕੇ ਇਸ ਸੰਸਾਰ ਤੋਂ ਤੁਰਦੇ ਜਾਂਦੇ ਹਨ। ਜਦੋਂ ਅਸੀਂ ਇਸ ਪ੍ਰਕਿਰਤੀ ਦੀ ਰਚਨਾ ਵੱਲ ਵੇਖਦੇ ਹਾਂ, ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਕਿ ਜਿਹੜੀ ਸ੍ਰਿਸ਼ਟੀ ਰਚਨਾ ਬਾਰੇ ਖਿਆਲ ਸਨ, ਉਹ ਅਲੱਗ-ਅਲੱਗ ਮਤਾਂ ਨੇ ਆਪਣੇ ਆਪਣੇ ਢੰਗ ਨਾਲ ਉਸ ਨੂੰ ਬਿਆਨ ਕੀਤਾ ਹੈ। ਯੋਗ ਮਤ ਦਾ ਇੱਕ ਵਿਸ਼ਵਾਸ ਸੀ, ਜਿਸ ਦਾ ਜ਼ਿਕਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਵੀ ਕੀਤਾ ਹੈ, ਕਿ ਕੋਈ ਇੱਕ ਮਾਈ ਕਿਸੇ ਜੁਗਤੀ ਨਾਲ ਪ੍ਰਸੂਤ ਹੋ ਗਈ, ਅਤੇ ਉਸ ਮਾਈ ਤੋਂ 3 ਦੇਵਤੇ ਪੈਦਾ ਹੋਏ, ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਬ੍ਰਹਮਾ ਪੈਦਾ ਕਰਨ ਦਾ ਕੰਮ ਕਰਦਾ ਹੈ, ਵਿਸ਼ਨੂੰ ਉਸ ਬਣਾਈ ਹੋਈ ਸ੍ਰਿਸ਼ਟੀ ਨੂੰ ਪਾਲਣ ਦਾ ਕੰਮ ਕਰਦਾ ਹੈ, ਅਤੇ ਮਹੇਸ਼ ਉਸ ਨੂੰ ਮਾਰਨ ਦਾ ਕੰਮ ਕਰਦਾ ਹੈ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਦਾ ਜ਼ਿਕਰ ਕਰਕੇ ਆਖਿਆ ਕਿ ਨਹੀਂ, ਕੋਈ ਵੱਖਰੇ ਵੱਖਰੇ ਦੇਵਤੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ, ਪਾਲਣ ਤੇ ਮਾਰਨ ਦਾ ਕੰਮ ਨਹੀਂ ਕਰ ਰਹੇ, ਸਗੋਂ ਅਕਾਲ ਪੁਰਖ ਵਾਹਿਗੁਰੂ ਖੁਦ ਆਪਣੇ ਆਪ ਇਹ ਸਾਰੀ ਖੇਡ ਨੂੰ ਰਚਾ ਰਿਹਾ ਹੈ। ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਸਤਿਗੁਰੂ ਜੀ ਆਖਦੇ ਨੇ ਨਹੀਂ, ਜਿਵ ਤਿਸ ਭਾਵੈ, ਜਿਵੇਂ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ, ਉਂਝ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਹੋ ਰਹੀ ਹੈ, ਪਨਪ ਰਹੀ ਹੈ, ਪਲ ਰਹੀ ਹੈ, ਅਤੇ ਫਿਰ ਵਿਨਾਸ਼ ਹੋ ਰਹੀ ਹੈ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਸਾਨੂੰ ਉਹ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ, ਕਿਉਂਕਿ ਅਸੀਂ ਬਾਗ ਦੇ ਵਿੱਚ ਮਸਤ ਹਾਂ, ਅਸੀਂ ਦੁਨੀਆਦਾਰੀ ਵਿੱਚ ਮਸਤ ਹਾਂ, ਇਸ ਲਈ ਸਾਨੂੰ ਭਾਵੇਂ ਉਹ ਦਿਖਾਈ ਨਹੀਂ ਦਿੰਦਾ ਪ੍ਰਮਾਤਮਾ, ਪਰ ਉਹ ਵੇਖ ਰਿਹਾ ਸਾਨੂੰ ਨੱਚਦਿਆਂ ਨੂੰ, ਕਿ ਸ੍ਰਿਸ਼ਟੀ ਦੇ ਅੰਦਰ ਜੀਵ ਕਿਵੇਂ ਕਲੋਲਾਂ ਕਰਦੇ ਨੇ, ਕਿਵੇਂ ਰੰਗ ਬਰੰਗੇ ਮਾਇਆ ਦੇ ਜਾਲ ਵਿੱਚ ਫਸੇ ਹੋ ਪਏ ਨੇ। ਅਤੇ ਇੰਜ ਸਤਿਗੁਰੂ ਜੀ ਕਹਿੰਦੇ ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵਿਡਾਨ। ਇਹ ਅਚਰਜ ਖੇਡ ਹੈ ਇਹ ਸੰਸਾਰ ਦੀ ਰਚਨਾ ਦੀ। ਆਸਾ ਕੀ ਵਾਰ ਵਿੱਚ ਵੀ ਸਤਿਗੁਰੂ ਜੀ ਨੇ ਇਸ ਖਿਆਲ ਨੂੰ ਪੈਦਾ ਕੀਤਾ, ਪ੍ਰਗਟ ਕੀਤਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਪਹਿਲਾਂ ਪਰਮਾਤਮਾ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਹੈ, ਫਿਰ ਆਪਣੇ ਤੋਂ ਹੀ ਫਿਰ ਇਹ ਸ੍ਰਿਸ਼ਟੀ ਪੈਦਾ ਕੀਤੀ, ਅਤੇ ਸ੍ਰਿਸ਼ਟੀ ਨੂੰ ਪੈਦਾ ਕਰਕੇ ਫਿਰ ਉਹਦੀ ਸੰਭਾਲ ਵੀ ਆਪ ਹੀ ਕਰ ਰਿਹਾ। ਉਹ ਦਾਤਾਂ ਵੀ ਆਪ ਦਿੰਦਾ ਜਾਂਦਾ ਹੈ, ਅਤੇ ਇਸ ਨੂੰ ਪੈਦਾ ਕਰਨ ਦਾ ਵੀ ਸਾਧਨ ਉਸਨੇ ਬਣਾਇਆ ਹੋਇਆ। ਉਹ ਕਰਤਾ ਵੀ ਹੈ ਤੇ ਦਾਤਾਂ ਦੇਣ ਵਾਲਾ ਵੀ ਹੈ।
ਅਤੇ ਖੁਸ਼ ਹੋ ਕੇ ਇਹ ਸਾਰੇ ਪਸਾਰੇ ਨੂੰ ਉਹ ਵਾਹਿਗੁਰੂ, ਉਹ ਪ੍ਰਮਾਤਮਾ ਈਸ਼ਵਰ ਵੇਖ ਰਿਹਾ ਹੈ। ਆਪੀ ਨੇ ਆਪ ਸਾਜਿਓ, ਉਸ ਪ੍ਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ। ਆਪੀ ਨੇ ਰਚਿਓ ਨਾਉ, ਆਪਣਾ ਨਾਮ ਪ੍ਰਗਟ ਕੀਤਾ। ਅਤੇ ਉਸ ਤੋਂ ਬਾਅਦ ਦੋਈ ਕੁਦਰਤ ਸਾਜੀ ਹੈ, ਕਰ ਆਸਨ ਡਿਠੋ ਚਾਓ। ਉਹ ਦਾਤਾ ਕਰਤਾ ਆਪ ਤੂੰ, ਤੁਸ ਦੇਵੈ ਕਰੈ ਪਸਾਉ। ਤੂੰ ਜਾਣੋਈ ਸਭ ਸੈ ਦੇ ਲੈਸੈ ਜਿੰਦ ਕਵਾਓ। ਉਹ ਜਿੰਦ ਪੈਦਾ ਵੀ ਕਰਦਾ ਹੈ, ਉਹ ਸਾਸ ਵੀ ਦਿੰਦਾ ਹੈ, ਉਹ ਪਾਲਦਾ ਵੀ ਹੈ, ਉਹ ਮਾਰਦਾ ਵੀ ਹੈ। ਇਹ ਸਾਰੀ ਤਾਕਤ ਉਸ ਵਾਹਿਗੁਰੂ ਦੇ ਹੱਥ ਹੀ ਹੈ। ਦਾਤਾ ਕਰਤਾ ਆਪ ਤੂੰ, ਉਸ ਦੇਵੈ ਕਰੈ ਪਸਾਉ। ਤੂੰ ਜਾਣੋਈ ਸਭ ਸੈ, ਕਿ ਉਹ ਸਾਰਿਆਂ ਦੇ ਜੀਵਾਂ ਦੇ ਦਿਲਾਂ ਦੀ ਜਾਣਦਾ ਹੈ। ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿਠੋ ਚਾਓ। ਅਤੇ ਇੰਜ ਉਹ ਪ੍ਰਮਾਤਮਾ ਇਹ ਸਾਰੀ ਬਣਾਈ ਹੋਈ ਕੁਦਰਤ ਕਾਇਨਾਤ ਵਿੱਚ ਆਪ ਪਸਰਿਆ ਹੋਇਆ ਹੈ, ਆਪ ਪਸਾਰਾ ਉਸਨੇ ਪਸਾਰਿਆ ਹੋਇਆ ਹੈ, ਅਤੇ ਉਸ ਪਸਾਰੇ ਵਿੱਚ ਆਪ ਵੀ ਵਿਚਰ ਰਿਹਾ ਹੈ, ਆਪ ਵੀ ਸਮਾਇਆ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਵਾਰ ਦੇ ਅੰਦਰ ਆਪਣੀ ਪੌੜੀ ਵਿੱਚ ਇਸੇ ਖਿਆਲ ਨੂੰ ਆਪਣੇ ਢੰਗ ਨਾਲ ਵਰਣਨ ਕੀਤਾ ਹੈ ਕਿ ਪਹਿਲਾਂ ਪ੍ਰਮਾਤਮਾ, ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਨੇ, ਪਹਿਲ ਪੁਰੀਏ, ਪਹਿਲਾਂ ਪ੍ਰਮਾਤਮਾ ਨੇ ਉਹ ਆਪਣੇ ਆਪ ਨੂੰ ਪੈਦਾ ਕੀਤਾ। ਪਹਿਲ ਪੁਰਸ਼ਾ ਬੇਰਾ, ਅਥੋਨ ਪੁਰਸ਼ਾ ਦਮਰਾ। ਫਿਰ ਉਸ ਤੋਂ ਮਾਇਆ ਪ੍ਰਕਿਰਤੀ ਬਣੀ ਅਤੇ ਉਸ ਦੀ ਸੰਭਾਲ ਪ੍ਰਮਾਤਮਾ ਆਪ ਕਰ ਰਿਹਾ ਹੈ। ਸਤਿਗੁਰੂ ਨਾਨਕ ਦੇਵ ਜੀ ਆਖਦੇ ਹਨ, ਆਪੇ ਕੁਦਰਤ ਸਾਜਕੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਆਂ, ਖੋਟੇ ਸਟੀਆਂ ਬਾਹਰ ਵਾਰ। ਖੋਟੇ ਸੱਚੀ ਦਰਗਾਹ ਸੁਟੀਆਂ, ਕਿਸੇ ਆਗੇ ਕਰੇ ਪੁਕਾਰ। ਸਤਿਗੁਰ ਪਿੱਛੇ ਭਜ ਪਵੈ, ਇਹ ਕਰਨੀ ਸਾਰ। ਇਹ ਉਸ ਪ੍ਰਮਾਤਮਾ ਦੀ ਅਜੀਬ ਖੇਡ ਹੈ। ਆਪ ਹੀ ਪੈਦਾ ਕਰਦਾ ਹੈ ਅਤੇ ਆਪਣੇ ਹੁਕਮ ਵਿੱਚ ਹੀ ਕਈ ਜੀਵ ਉਸ ਪ੍ਰਮਾਤਮਾ ਤੋਂ ਟੁੱਟ ਕੇ ਖੁਆਰ ਹੋ ਜਾਂਦੇ ਨੇ। ਉਸ ਨੂੰ ਭੁਲਾ ਕੇ ਦੁਨੀਆ ਦੇ ਰੰਗ ਤਮਾਸ਼ਿਆਂ ਵਿੱਚ ਮਸਤ ਹੋ ਕੇ ਜੀਵਨ ਖੁਆਰ ਕਰ ਲੈਂਦੇ ਹਨ। ਅਤੇ ਕਈ ਐਸੇ ਵੀ ਨੇ ਜਿਹੜੇ ਸਤਿਗੁਰੂ ਦੇ ਖਜ਼ਾਨੇ ਵਿੱਚੋਂ ਅੰਮ੍ਰਿਤ ਨਾਮ ਪ੍ਰਾਪਤ ਕਰਕੇ ਸਤਿਗੁਰੂ ਪਿੱਛੇ ਭੱਜ ਪਵੈ, ਉਹ ਸਤਿਗੁਰੂ ਦੀ ਸਿੱਖਿਆ ਅਨੁਸਾਰ ਤੁਰ ਪੈਂਦੇ ਹਨ। ਇਹੀ ਜੀਵਨ ਦੀ ਅਸਲ ਪੂੰਜੀ ਹੈ। ਤੇ ਸਤਿਗੁਰੂ ਫਿਰ ਕੀ ਕਰਦਾ? ਉਹਨਾਂ ਖੋਟੇ ਮਨੁੱਖਾਂ ਨੂੰ ਵੀ ਖਰੇ ਕਰਨ ਦੀ ਤਾਕਤ ਰੱਖਦਾ। ਸ਼ਬਦ ਸਵਾਰਨਹਾਰ, ਸ਼ਬਦ ਦੇ ਰਾਹੀਂ, ਗਿਆਨ ਦੇ ਰਾਹੀਂ ਸਤਿਗੁਰੂ ਉਸ ਨੂੰ ਪ੍ਰਮਾਤਮਾ ਦੀ ਸੋਝੀ ਬਖਸ਼ਦਾ ਅਤੇ ਉਹ ਜੀਵਨ ਵਿੱਚ ਪ੍ਰਵਾਨ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਅੱਜ ਦੇ ਸ਼ਬਦ ਰਾਹੀਂ ਜੋ ਬਿਆਨ ਕਰਦੇ ਨੇ ਕਿ ਕੁਦਰਤ ਦੀ ਰਚਨਾ ਵਿੱਚ ਕੁਦਰਤ ਕਿਵੇਂ ਕੰਮ ਕਰ ਰਹੀ ਹੈ। ਸ੍ਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਖਿਆਲ ਵੀ ਪ੍ਰਗਟ ਕੀਤਾ ਹੋਇਆ, ਸਾਨੂੰ ਸਮਝਾਇਆ ਕਿ ਪ੍ਰਮਾਤਮਾ ਤੋਂ ਹੀ ਗੈਸਾਂ ਦਾ ਸਮੂਹ ਬਣਿਆ। ਉਸ ਗੈਸਾਂ ਤੋਂ, ਪਵਨ ਤੋਂ, ਹਵਾ ਤੋਂ ਪਾਣੀ ਦੀ ਰਚਨਾ ਹੋਈ। ਪਾਣੀ ਤੋਂ ਫਿਰ ਸਾਰੀ ਤ੍ਰਿਭਵਨ ਸ੍ਰਿਸ਼ਟੀ ਸਾਜੀ ਗਈ ਅਤੇ ਇਹ ਸਾਰੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਉਹ ਪ੍ਰਮਾਤਮਾ ਆਪ ਪਸਰਿਆ ਹੋਇਆ ਹੈ। ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ। ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਉਹ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਖੁਦ ਵਿਆਪ ਰਿਹਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਦੇ ਇਹਨਾਂ ਸਿਧਾਂਤਾਂ ਨੂੰ ਹੀ ਭਗਤ ਨਾਮਦੇਵ ਜੀ ਨੇ ਆਪਣੇ ਰੰਗ ਵਿੱਚ, ਆਪਣੀ ਭਾਸ਼ਾ ਵਿੱਚ, ਉਸ ਬੋਲੀ ਵਿੱਚ ਇਹ ਗੱਲ ਸਿਖਾਈ ਹੈ। ਰਹਾਉ ਦੇ ਬੰਦ ਵਿੱਚ ਪਹਿਲ ਪੁਰਸ਼ਾ ਬੇਰਾ, ਪਹਿਲਾਂ ਪ੍ਰਮਾਤਮਾ ਆਪ ਪੈਦਾ ਹੋਇਆ। ਉਸ ਤੋਂ ਬਾਅਦ ਅਥੂਨ ਪੁਰਸ਼ਾ ਦਮਰਾ, ਉਸ ਪ੍ਰਮਾਤਮਾ ਤੋਂ ਫਿਰ ਮਾਇਆ ਦੀ ਰਚਨਾ ਹੋਈ, ਪ੍ਰਕਿਰਤੀ ਰਚੀ। ਪ੍ਰਮਾਤਮਾ ਦਾ ਅਤੇ ਪ੍ਰਕਿਰਤੀ ਦਾ ਅਸਲਾ ਇੱਕ ਹੀ ਹੈ। ਅਸਗਾ, ਅਸ ਉਸਗਾ, ਇਸ ਦਾ ਤੇ ਉਸ ਦਾ ਅਸਲਾ ਇੱਕ ਹੀ ਹੈ। ਅਤੇ ਹਰ ਕਾ ਬਾਗਰਾ ਨਾਚੈ, ਪਿੰਦੀ ਮੈਂ ਸਾਗਰਾ। ਇਹ ਜੀਵ ਇਸ ਪ੍ਰਮਾਤਮਾ ਦੇ ਰਚੇ ਹੋਏ ਬਾਗ ਦੇ ਵਿੱਚ ਇੰਜ ਨੱਚ ਰਿਹਾ ਹੈ ਜਿਵੇਂ ਕਿਸੇ ਖੂਹ ਵਿੱਚੋਂ ਜਾਂ ਬੜੇ ਸਾਗਰ ਵਿੱਚੋਂ ਪਾਣੀ ਕੱਢਣ ਲਈ ਟਿੰਡਾਂ ਦਾ ਇਸਤੇਮਾਲ ਕਰਕੇ ਟਿੰਡਾਂ ਦੇ ਵਿੱਚ ਪਾਣੀ ਨੱਚਦਾ ਹੈ। ਜਿਵੇਂ ਇਸ ਹਰੀ ਦੇ ਬਾਗ ਵਿੱਚ ਇਹ ਜੀਵ ਨੱਚ ਰਿਹਾ ਹੈ, ਭਾਵ ਭਟਕ ਰਿਹਾ ਹੈ। ਅਤੇ ਇਸ ਭਟਕਣਾ ਵਿੱਚੋਂ ਕਈ ਬਚ ਜਾਂਦੇ ਹਨ ਸਤਿਗੁਰੂ ਦੇ ਚਰਨੀ ਲੱਗ ਕੇ, ਅਤੇ ਕਈ ਇਸੇ ਸ੍ਰਿਸ਼ਟੀ ਵਿੱਚ ਹੀ ਖੁਆਰ ਹੋ ਜਾਂਦੇ ਹਨ। ਇਹਨਾਂ ਗੱਲਾਂ ਨੂੰ, ਇਸ ਸਿਧਾਂਤ ਨੂੰ ਭਗਤ ਨਾਮਦੇਵ ਜੀ ਪਹਿਲੇ ਬੰਦ ਵਿੱਚ ਇੰਜ ਫਰਮਾਉਂਦੇ ਹਨ। ਪਹਿਲ ਪੁਰੀਏ ਪੁੰਡਕ ਵਨਾ,
ताचे हंसा सगले जना, कृष्णा ते जानऊ, हर हर नाचंती नाचना। पहल पुरिये, पुरिये भी संस्कृत का शब्द है, इसका भी अर्थ है पहला। पहल पहला, पहला पहल। सब तो भगत नामदेव जी आखते हैं पहल पुरिये, पहला पहला। होया कि पुंडरक वना, ये बाग जो परमात्मा ने साजिया, पहल पुरिये पहला पहल। पुंडरक, पुंडरक कहते कौल फुल्लां दा एक बाग, एक वन, एक जंगल जिस विच कौल फुल बड़े सुहावने लगते हैं, सारे ही कौल फुल खिड़े हुए ने। ये फुल्लां दा बगीचा, रंगी रंगी सृष्टि, रंगी वख वख भांतां दी सृष्टि बना के परमात्मा ने ਇਹਦੇ अंदर ताचे हंसां सगले जना, ये जीव रूपी हंस, सारे ही जीव जंत इस बाग दे अंदर मानो हंस की तरह चोग चुग रहे हैं। कई तो इस बाग दे जाल विच, इस माया दे जाल विच फस जाते हैं, ਅਤੇ कई सतगुरु की शरण विच आके इस बाग विचों रस भी लैंदे हैं ਅਤੇ निर्लेप भी रहंदे हैं। कृष्णा ते जानऊ, हर हर नाचंती नाचना। कृष्णा, कृष्ण का अर्थ है काला, काला का अर्थ माया, माया नूं कालक करके किया जाता है। कृष्णा ते जानऊ, माया तो ये समझो कि ये जीव इस माया के जाल विच नाचंती नाचना। कृष्णा माया प्रकृति, जानू भाव समझो जानो, ये जानो इस परमात्मा की बनाई हुई सृष्टि विच नाचना भाव नचण वाली सृष्टि। नाचंती नचदी है, नाचंती का अर्थ है नचदी है, नाचना ये सृष्टि। ये सारा बाग दे अंदर ये जीव जंत इव नच रहे हैं, भटक रहे हैं, जिवें कि बाग दे विच कौल फुल खिड़े होण अते वखरे वखरे भवरे तितलियां आके कौलां पाउंदे ने, इवें ही ये जीव इस बनाई हुई सृष्टि विच कौलां पा रहा है, बस माया दे इस पसारे विच मस्त होके जी रहा है। तो ये सारे संसार नूं सतगुरु जी ने एक बाग की तुलना जिवें भगत नामदेव जी ने की है, ते गुरु तेग बहादुर साहब जी ने इस संसार नूं इंज बयान किया है कि जिवें पानी ਜਦੋਂ ਵਹਿੰਦਾ ਹੈ ਉਹਦੇ ਚੋਂ ਬੁਲਬੁਲੇ ਨਿਕਲਦੇ ਨੇ, ਬੁਲਬੁਲਾ ਪੈਦਾ ਹੁੰਦਾ ਹੈ, ਬੜਾ ਸੋਹਣਾ ਲੱਗਦਾ ਹੈ, ਖਿੜਦਾ ਹੈ, ਉਹਦੇ ਵਿੱਚ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ, ਬੜਾ ਖਿੜਦਾ, ਜਿਵੇਂ ਹੱਸ ਰਿਹਾ ਹੁੰਦਾ ਹੈ, ਨੱਚ ਰਿਹਾ ਹੁੰਦਾ ਹੈ। ਉਹ ਬੁਲਬੁਲਾ ਉੱਠਦਾ ਹੈ, ਫਿਰ ਮਿਟ ਜਾਂਦਾ ਹੈ, ਫਿਰ ਉੱਠਦਾ ਹੈ, ਫਿਰ ਮਿਟ ਜਾਂਦਾ ਹੈ। ਇਵੇਂ ਹੀ ਇਹ ਜਗਤ ਦੀ ਰਚਨਾ ਪਰਮਾਤਮਾ ਨੇ ਬਣਾਈ ਹੈ, ਜਿਹੜਾ ਇਹਦੇ ਵਿੱਚ ਜੀਵ ਰੂਪੀ ਬੁਲਬੁਲੇ ਉੱਡਦੇ ਹਨ, ਪਨਪਦੇ ਹਨ, ਬਣਦੇ ਹਨ ਤੇ ਮਿਟ ਜਾਂਦੇ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ शब्द ने जैसे जल ते बुध बुधान, उपजय बिन सह नीत, जग रचना तैसे रची, कहो नानक सोन मीत। ये सारा संसार है खूबसूरत। देखो कुदरत की इस रचना नूं गुरबाणी के अंदर दोनों रूपों में वर्तन किया। किते तो आख्या कूड़ राजा, कूड़ प्रजा, कूड़ सब संसार। ये सारा संसार कूड़ा है, नाशमान है। पर दूजे पासे ये गल भी कही है, ये जग सच्चे की है कोठड़ी, सच्चे का विश्वास। इस नाशमान संसार के अंदर सच का वासा भी है। हुण जीव दे हथ वस है कि जीव अगर तो सतगुरु के दसे मार्ग से तुर के उस सच नाल जुड़ जाए, या फिर उस माया दे विच जुड़ के ही अपना जीवन बर्बाद कर ले। गुरु पातशाह जी बाणी विच दे 23वें श्लोक विच इस गल नूं बयान करदे ने कि ये जीव, ये जगत रूपी तमाशा इंज है जिवें मदारी की खेड हुंदी है। लगता बहुत सोहना है पर है नाशमान, हमेशा कायम नहीं रहना इसने। इंज है जिवें सुपना है, जिवें मदारी का तमाशा है। क्योंकि मदारी का तमाशा भी पहला नहीं हुंदा, फिर वो अपना पसारा, अपनी पोटली खोलता है, ਉਹਦੇ ਵਿੱਚੋਂ ਵੱਖਰੇ ਵੱਖਰੇ ਕੌਤਕ ਕਰਕੇ ਖਾਲੀ ਭਾਂਡੇ ਨੂੰ ਭਰ ਕੇ ਦਿਖਾ ਦਿੰਦਾ ਹੈ, ਕਿਸੇ ਕਾਗਜ਼ ਤੋਂ ਨੋਟ ਬਣਾ ਦਿੰਦਾ ਹੈ ਅਤੇ ਦੇਖਣ ਵਾਲਾ ਮਸਤ ਹੋ ਕੇ ਆਖਦਾ ਹੈ ਇਸ ਕੋਲ ਕਿੰਨੀ ਕਲਾ ਹੈ, ਇਹ ਕਿਵੇਂ ਕਾਗਜ਼ ਦੇ ਨੋਟ ਬਣਾ ਦਿੰਦਾ ਹੈ, ਇਹ ਬੰਦਾ ਤੇ ਬਹੁਤ ਅਮੀਰ ਹੋ ਸਕਦਾ ਹੈ। ਇਵੇਂ ਹੀ ਖਾਲੀ ਭਾਂਡੇ ਨੂੰ ਇਹ ਭਰਨ ਦੀ ਤਾਕਤ ਰੱਖਦਾ ਹੈ। ਪਰ ਹੁੰਦਾ ਕੀ ਹੈ, ਉਹੀ ਮਦਾਰੀ ਜਿਹੜਾ ਖਾਲੀ ਪੋਟਲੀ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਕੇ ਦਿਖਾ ਦਿੰਦਾ ਹੈ, ਫਿਰ ਬਾਅਦ ਵਿੱਚ ਜਦੋਂ ਸਮੇਟਦਾ ਆਪਣਾ ਖੇਡ ਤੇ ਫਿਰ ਖਾਲੀ ਪੋਟਲੀ ਦੀ ਖਾਲੀ ਪੋਟਲੀ ਹੁੰਦੀ ਹੈ, ਤੇ ਫਿਰ ਸਾਰਿਆਂ ਨੂੰ ਆਪਣਾ ਤਮਾਸ਼ਾ ਦਿਖਾ ਕੇ ਆਖਦਾ ਵੀ ਮੈਨੂੰ 1 ਰੁਪਿਆ ਦਿਓ, ਮੇਰੀ ਰੋਜ਼ ਦੀ ਰੋਟੀ ਹੈ, ਇਹ ਤਮਾਸ਼ਾ। ਹੁਣ ਕੋਈ ਬੰਦਾ ਉਸ ਮਨੁੱਖ ਮਦਾਰੀ ਨੂੰ ਪੁੱਛੇ ਵੀ ਹੁਣੇ ਤੂੰ ਨੋਟ ਬਣਾਉਂਦਾ ਸੀ
ਤੂੰ ਆਪਣੇ ਘਰ ਆਪਣੇ ਵਾਸਤੇ ਨੋਟ ਕਿਉਂ ਨਹੀਂ ਬਣਾ ਸਕਦਾ? ਕਹਿੰਦਾ ਇਹ ਤਾਂ ਬਸ ਇੱਕ ਕਲਾ ਹੈ, ਇਹ ਤਾਂ ਤਮਾਸ਼ਾ ਹੈ, ਇਹ ਸੱਚ ਨਹੀਂ ਹੈ, ਇਹ ਮਿਟ ਜਾਣਾ ਹੈ। ਮੈਂ ਤਾਂ ਸਿਰਫ ਇੱਕ ਜਾਦੂਗਰ ਦੇ ਤਮਾਸ਼ੇ ਦੀ ਤਰ੍ਹਾਂ ਇਹ ਨੋਟ ਬਣਾਏ ਨੇ, ਇਹ ਅਸਲੀ ਨੋਟ ਨਹੀਂ ਹੁੰਦੇ, ਇੱਕ ਤਮਾਸ਼ਾ ਹੈ। ਇਵੇਂ ਜਿਵੇਂ ਸੁਪਨਾ ਹੈ, ਸੁਪਨਾ ਵੀ ਪਹਿਲਾਂ ਨਹੀਂ ਹੁੰਦਾ, ਪਰ ਨੀਂਦ ਆ ਜਾਂਦੀ ਹੈ, ਅਸੀਂ ਸੌ ਜਾਂਦੇ ਹਾਂ, ਸੁਪਨਾ ਆ ਜਾਂਦਾ ਹੈ, ਬੜੇ ਰੰਗ ਤਮਾਸ਼ੇ ਸੁਪਨਿਆਂ 'ਚ ਵੇਖਦੇ ਹਾਂ, ਫਿਰ ਨੀਂਦ ਖੁੱਲ ਜਾਂਦੀ ਹੈ, ਉਹ ਰਾਤ ਦੇ ਦੇਖੇ ਹੋਏ ਸੁਪਨੇ ਫਿਰ ਮਿਟ ਜਾਂਦੇ ਨੇ, ਮੁੜ ਆਦਮੀ ਉੱਥੇ ਦਾ ਉੱਥੇ ਹੀ ਹੁੰਦਾ। ਜਿਵੇਂ ਕੋਈ ਭਿਖਾਰੀ ਹੋਵੇ, ਸੁਪਨੇ ਵਿੱਚ ਉਹ ਰਾਜਾ ਬਣ ਜਾਏ ਤੇ ਰਾਜਾ ਬਣ ਕੇ ਉਹਦਾ ਹੁਕਮ ਚੱਲਦਾ ਹੋਵੇ, ਫੌਜਾਂ ਉਹਦੇ ਆਲੇ ਦੁਆਲੇ ਘੁੰਮਦੀਆਂ ਹੋਣ, ਐਲਕਾਰ ਉਹਦੇ ਆਲੇ ਦੁਆਲੇ ਹੋਣ, ਪਰ ਜਦੋਂ ਜਾਗ ਖੁੱਲਦੀ ਹੈ ਉਹ ਫਿਰ ਟੁੱਟੀ ਮੰਜੀ ਤੇ ਭਿਖਾਰੀ ਦੀ ਤਰ੍ਹਾਂ ਹੀ ਆਪਣਾ ਜੀਵਨ ਬਿਤਾ ਰਿਹਾ ਹੁੰਦਾ। ਤੋ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਜਿਵੇਂ ਸੁਪਨਾ ਪਹਿਲਾਂ ਨਹੀਂ ਹੁੰਦਾ, ਫਿਰ ਸੁੱਤਿਆਂ ਆ ਜਾਂਦਾ ਹੈ, ਜਾਗਦਿਆਂ ਫਿਰ ਖਤਮ ਹੋ ਜਾਂਦਾ। ਜਿਵੇਂ ਤਮਾਸ਼ਾ ਮਦਾਰੀ ਪਹਿਲਾਂ ਖਾਲੀ ਪੋਟਲੀ ਹੁੰਦੀ ਹੈ, ਫਿਰ ਭਰ ਦਿੰਦਾ ਹੈ, ਫਿਰ ਮੁੜ ਖਾਲੀ ਸਮੇਟ ਦਿੰਦਾ ਹੈ। ਇਵੇਂ ਇਹ ਸਾਰੇ ਸੰਸਾਰ ਦੀ ਰਚਨਾ ਵੀ ਹੈ ਬਹੁਤ ਸੁੰਦਰ ਬਾਤ, ਜਿਸ ਵਿੱਚ ਜੀਵ ਨੱਚ ਰਹੇ ਨੇ। ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾਂ ਸਗਲੇ ਜਨਾਂ, ਸਾਰੇ ਜੀਵ ਜੰਤ ਹੰਸ ਦੀ ਤਰ੍ਹਾਂ ਇਹਦੇ ਵਿੱਚ ਨੱਚ ਰਹੇ ਨੇ। ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤੀ ਨਾਚਨ। ਇਹ ਤਾਂ ਮਾਇਆ ਦੇ ਪ੍ਰਭਾਵ ਨੂੰ ਜਿਨ੍ਹਾਂ ਨੇ ਸਮਝ ਲਿਆ, ਉਹ ਸਮਝਦੇ ਨੇ ਕਿ ਮਾਇਆ ਦੇ ਪ੍ਰਭਾਵ ਵਿੱਚ ਇਹ ਜੀਵ ਇਸ ਸੰਸਾਰ ਦੇ ਵਿੱਚ, ਇਸ ਬਾਗ ਦੇ ਅੰਦਰ ਨੱਚ ਰਿਹਾ ਹੈ। ਜਿਵੇਂ ਮਦਾਰੀ ਦਾ ਤਮਾਸ਼ਾ ਸੱਚਾ ਨਹੀਂ, ਜਿਵੇਂ ਸੁਪਨਾ ਹਮੇਸ਼ਾ ਕਾਇਮ ਰਹਿਣ ਵਾਲਾ ਨਹੀਂ, ਇਵੇਂ ਇਹ ਸੰਸਾਰ ਵੀ ਹਮੇਸ਼ਾ ਕਾਇਮ ਰਹਿਣ ਵਾਲਾ ਨਹੀਂ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਆਖਦੇ ਹਨ, ਜਿਉਂ ਸੁਪਨਾ ਅਰ ਪੇਖਣਾ, ਸੁਪਨਾ ਅਤੇ ਪੇਖਣਾ ਤਮਾਸ਼ਾ, ਐਸੇ ਜਗ ਕੋ ਜਾਨ। ਇਹ ਜਗਤ ਰਚਨਾ ਵੀ ਇਸੇ ਤਰ੍ਹਾਂ ਹੈ। ਇਨ ਮੈਂ ਕੱਚ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਇੱਕ ਪ੍ਰਮਾਤਮਾ ਹੀ ਹੈ ਜੋ ਆਦਿ ਵਿੱਚ ਵੀ ਸੱਚ ਸੀ, ਜੁਗਾਦ ਵਿੱਚ ਵੀ ਸੱਚ ਸੀ, ਹੁਣ ਵੀ ਸੱਚ ਹੈ, ਅਤੇ ਅੱਗੋਂ ਲਈ ਹਮੇਸ਼ਾ ਲਈ। ਜਦੋਂ ਇਹ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਸੱਚ ਸੀ, ਸ੍ਰਿਸ਼ਟੀ ਬਣ ਗਈ ਉਹਦੇ ਵਿੱਚ ਵੀ ਸੱਚ ਹੈ, ਅਤੇ ਜਦੋਂ ਸ੍ਰਿਸ਼ਟੀ ਮਿਟ ਜਾਏਗੀ ਫਿਰ ਵੀ ਸੱਚ ਹੀ ਰਹੇਗਾ। ਪਰ ਜੀਵ ਇਸ ਸ੍ਰਿਸ਼ਟੀ ਵਿੱਚ ਮਸਤ ਹੋ ਜਾਂਦਾ ਹੈ, ਅਤੇ ਇਸ ਸ੍ਰਿਸ਼ਟੀ ਦੇ ਕਰਤਾ ਨੂੰ, ਇਸ ਸ੍ਰਿਸ਼ਟੀ ਦੇ ਹਰਤਾ ਨੂੰ, ਇਸ ਸ੍ਰਿਸ਼ਟੀ ਦੇ ਪਾਲਕ ਨੂੰ ਭੁੱਲ ਕੇ ਦਾਤ ਪਿਆਰੀ ਵਿਸਰਿਆ ਦਾਤਾਰਾ ਨੂੰ ਧਾਰਨ ਕਰ ਲੈਂਦਾ ਅਤੇ ਖੁਆਰ ਹੋ ਜਾਂਦਾ। ਹਰ ਵਿਸਰ ਸਦਾ ਖੁਆਰੀ ਹੋ ਜਾਂਦਾ। ਭਗਤ ਰਵਿਦਾਸ ਜੀ ਨੇ ਵੀ ਇਸ ਸਿਧਾਂਤ ਨੂੰ ਆਪਣੇ ਸ਼ਬਦਾਂ ਵਿੱਚ ਵਰਤਨ ਕੀਤਾ ਕਿ ਪਰਮਾਤਮਾ ਨੇ ਆਪਣੇ ਆਪ ਤੋਂ ਇਹ ਕੁਦਰਤ, ਇਹ ਜੀਵ ਨੂੰ ਸਾਜਿਆ, ਮਿੱਟੀ ਦਾ ਇਹ ਪੁਤਲਾ ਬਣਾਇਆ। ਇਸ ਮਿੱਟੀ ਦੇ ਪੁਤਲੇ ਵਿੱਚ ਪੰਜ ਤੱਤਾਂ ਦੇ ਸਰੀਰ ਵਿੱਚ ਉਸਨੇ ਆਪਣੀ ਜੋਤ ਦਾ ਪ੍ਰਕਾਸ਼ ਕਰ ਦਿੱਤਾ, ਅਤੇ ਇਹ ਮਿੱਟੀ ਦਾ ਪੁੱਤਰਾ ਹੁਣ ਸੰਸਾਰ ਵਿੱਚ ਜਦੋਂ ਪ੍ਰਗਟ ਹੋਇਆ, ਇਹ ਵੇਖਦਾ ਇਸ ਬਾਗ ਨੂੰ, ਇਹਦੇ ਵਿੱਚ ਰੰਗ ਬਰੰਗੇ ਫੁੱਲ ਖਿੜੇ ਹੋਏ ਨੇ, ਇਸ ਵਿੱਚ ਰੰਗ ਬਰੰਗੇ ਇਹ ਕੌਲ ਦੇ ਫੁੱਲਾਂ ਵਿੱਚ ਇਹ ਵੀ ਨੱਚਣਾ ਸ਼ੁਰੂ ਕਰ ਦਿੰਦਾ ਹੈ, ਅਤੇ ਦੇਖਦਾ ਹੈ, ਸੁਣਦਾ ਹੈ, ਬੋਲਦਾ ਹੈ, ਅਰੇ ਨੱਚੀ ਜਾ ਰਿਹਾ ਹੈ। ਮਾਟੀ ਕੋ ਪੁੱਤਰਾ कैसे नचता है, देखै सुनै बोलै दौड़ियो फिरत है। यही मिट्टी का पुतला ये जीव जे कुछ इस मिल जाए बड़ा खुश होकर डांस करता है कि मैनू यह कोई चीज़ प्राप्त हो गई है। पर जे कुछ ये खोया जाए, जे कोई इसका नुकसान हो जाए, ये फिर रोन लग पैंदा है। जब किछ पावै तब गर्व करत है, माया गई तब रोबन लगत है। क्योंकि माया तो है ही नाशमान, इसने एक दिन बिसर ही जाना, विनस ही जाना। पर यह जीव क्योंकि मस्त है माया विच, इस करके परमात्मा नूं भुला के इहदे विच नच्ची जा रहा है। ये माया तो समझ आउंदी है, कृष्णा ते जानो, माया तो ही जानो कि यह जीव किवें नच रहा है इस संसार दे अंदर। दूजे बंद विच बाबा नामदेव जी जो बयान करते हैं, नाचंती गोपी जन्ना, नैया ते बैरे कन्ना, तरकु नाचा प्रमिया चा, केशवा बचौनी अये मैये एक आन जियो। इस साजी हुई सृष्टि विच गोपी भाव इस्त्री, जन्ना भाव मर्द, इस्त्री मर्द, नर ते मदीन, इस जीव नच रहे हैं, भटक रहे हैं। पर इन्हां जीवां दे अंदर भी चाहे इस्त्री है या मर्द है, इहदे अंदर परमात्मा ने अपनी जोत टिकाई हुई, सारियां दे अंदर वो परमात्मा वसिया होया। हर कण कण दे अंदर, हर सृष्टि दी हर चीज़ दे अंदर वो वाहिगुरु, वो परमेश्वर आप बैठा होया। नाचंती गोपी जन्ना, नैया ते बैरे कन्ना, नैया अंदर नायक,
इस सृष्टि का नायक परमात्मा आप ही पैदा करता है, आप ही पालता है ते आप ही इसनूं कढा रहा है। नैया नायक तो बिना, नैया ते बैरे, बैरे का अर्थ हुंदा होर, इस तो बिना, परमात्मा तो बिना, नैया ते बैरे, नायक तो बिना कन्ना, कन्ना भाव कोई नहीं। ये सारी रची हुई सृष्टि के अंदर चाहे पशु ने, पंछी ने, जीव जंत ने, स्त्री मर्द ने, होर अनेकों किस्म के जानवर ने, पानी दे, थल दे, आकाश दे, इन्हां सारियां दे अंदर वो नैया, वो नायक, वो प्रभु परमेश्वर आप समाया हुआ है। उस तो बिना होर कोई जगह खाली नहीं। इसलिए हे जीव, भगत नामदेव जी जीव ਨੂੰ ਸੰਬੋਧਨ ਕਰਕੇ ਆਖਦੇ ਹਨ, हे ਭਾਈ ਇਹ ਭੁਲੇਖਾ ਕੱਢ ਦੇ ਕਿ ਇਹ ਸਾਰੀ ਸ੍ਰਿਸ਼ਟੀ ਵਿੱਚ ਪ੍ਰਮਾਤਮਾ ਕਿਤੇ ਅਲੱਗ ਬੈਠਾ ਹੋਇਆ, ਉਹ ਤਾਂ ਸਾਰਿਆਂ ਵਿੱਚ ਸਮਾਇਆ ਹੋਇਆ। ਤਰਕ ਨਾ ਚਾਹ, ਤਰਕ ਭਾਵ ਸ਼ੱਕ, ਸ਼ੱਕ ਨਾ ਕਰ, ਇਹ ਸ਼ੱਕ ਕੱਢ ਦੇ ਦਿਲੋਂ। ਭਰਮੀਆਂ ਚਾਹ ਤੇ ਭਰਮ ਭੁਲੇਖਾ ਵੀ ਕੱਢ ਦੇ ਕਿ ਪ੍ਰਮਾਤਮਾ ਤੋਂ ਬਿਨਾਂ ਇਹ ਸ੍ਰਿਸ਼ਟੀ ਚੱਲ ਰਹੀ ਹੈ। ਉਹ ਆਪ ਹੀ ਸ੍ਰਿਸ਼ਟੀ ਦਾ ਮਾਲਕ ਹੈ, ਆਪ ਹੀ ਬਣਾ ਕੇ ਇਸ ਨੂੰ ਪਾਲ ਕੇ ਸੰਭਾਲ ਕੇ ਇਹਦੀ ਸੰਭਾਲ ਵੀ ਕਰ ਰਿਹਾ ਹੈ। ਆਪੇ ਸਾਜੇ ਆਪੇ ਰੰਗੇ, ਆਪ ਹੀ ਇਸ ਦੇ ਵਿੱਚ ਰੰਗ ਭਰਦਾ ਹੈ ਅਤੇ ਆਪ ਹੀ ਇਸ ਖੇਡ ਨੂੰ ਚਲਾ ਰਿਹਾ ਹੈ। ਚੰਗੀ ਮੰਦੀ ਜੋ ਵੀ ਮਨੁੱਖ ਜੀਵ ਇਸ ਸੰਸਾਰ ਵਿੱਚ ਆ ਕੇ ਇਹ ਬੁਲਬੁਲੇ ਦੀ ਤਰ੍ਹਾਂ ਨੱਚਦੇ ਨੇ ਤੇ ਸਤਿਗੁਰੂ ਕਹਿੰਦੇ ਇਹ ਪ੍ਰਮਾਤਮਾ ਦੀ ਸ਼ਕਤੀ ਤੋਂ ਬਿਨਾਂ ਖਾਲੀ ਨਹੀਂ ਹਨ। ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਕੇਸ਼ਵਾ ਭਾਵ ਪ੍ਰਮਾਤਮਾ, ਬਚਾਉਣੀ ਬਚਨ, ਕੇਸ਼ਵਾ ਪ੍ਰਮਾਤਮਾ ਦੇ ਬਚਨਾਂ ਤੋਂ, ਪ੍ਰਮਾਤਮਾ ਦੇ ਸਿਧਾਂਤ ਤੋਂ ਬਿਨਾਂ। ਅਈਏ ਮਈਏ ਇਸਤਰੀ ਤੇ ਮਰਦ, ਅਈਏ ਆਰੀਆ ਭਾਵ ਔਰਤ, ਮਰਜ ਭਾਵ ਮਰਦ, ਔਰਤ ਤੇ ਮਰਦ ਤੋਂ ਬਿਨਾਂ ਇਹਦੇ ਅੰਦਰ ਇੱਕ ਆਨ ਜੀਵ, ਇੱਕ ਹੀ ਸਿਸਟਮ, ਇੱਕ ਹੀ ਨਿਯਮ ਕਾਇਮ ਕੀਤਾ ਪ੍ਰਮਾਤਮਾ ਨੇ ਕਿ ਨਰ ਤੇ ਮਦੀਨ ਤੋਂ ਇਹ ਸ੍ਰਿਸ਼ਟੀ ਪੈਦਾ ਕੀਤੀ ਹੋਈ ਹੈ। ਚਾਹੇ ਦਰਖਤਾਂ ਵਿੱਚ ਹੈ, ਚਾਹੇ ਪਸ਼ੂਆਂ ਵਿੱਚ ਹੈ, ਚਾਹੇ ਪੰਛੀਆਂ ਵਿੱਚ ਹੈ, ਚਾਹੇ ਮਨੁੱਖਾਂ ਵਿੱਚ ਹੈ। ਇੱਕ ਹੀ ਸਿਧਾਂਤ ਕਿ ਅਈਏ ਮਈਏ, ਇਸਤਰੀ ਤੇ ਮਰਦ ਤੋਂ, ਨਰ ਤੇ ਮਦੀਨ ਤੋਂ, ਜਿਵੇਂ ਮਾਤਾ ਪਿਤਾ ਤੋਂ ਬੱਚੇ ਦੀ ਪੈਦਾਇਸ਼ ਹੁੰਦੀ ਹੈ, ਇਹ ਕੇਸ਼ਵਾ ਬਚਾਉਣੀ ਭਾਵ ਪ੍ਰਮਾਤਮਾ ਦੇ ਬਚਨ ਨੇ, ਪ੍ਰਮਾਤਮਾ ਦੇ ਨਿਯਮ ਨੇ ਕਿ ਉਸ ਪ੍ਰਮਾਤਮਾ ਦੇ ਨਿਯਮ ਨਾਲ ਇਹ ਸੰਸਾਰ ਬਣ ਰਿਹਾ ਹੈ। ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜੀਓ। ਇਸ ਲਈ ਇਹ ਭਾਈ ਇਸ ਸਿਧਾਂਤ ਨੂੰ ਆਪਣੇ ਪੱਲੇ ਬੰਨ ਕੇ ਰੱਖ, ਇਹਦੇ ਉੱਪਰ ਸ਼ੱਕ ਨਾ ਕਰੀ, ਤਰਕ ਨਾ ਚਾਹ, ਤਰਕ ਨਾ ਕਰੀ, ਸ਼ੱਕ ਨਾ ਕਰੀ ਕਿ ਇਹ ਕੋਈ ਮੈਂ ਕਰ ਰਿਹਾ ਹਾਂ ਜਾਂ ਕੋਈ ਹੋਰ ਕਰ ਰਿਹਾ ਹੈ। ਇਹ ਪ੍ਰਮਾਤਮਾ ਦੀ ਬਣਾਈ ਹੋਈ ਆਪਣੀ ਹੀ ਖੇਡ ਹੈ ਅਤੇ ਇਸ ਭਰਮ ਨੂੰ ਵੀ, ਭ੍ਰਮੀਆਂ ਚਾਹ, ਇਸ ਭਰਮ ਨੂੰ ਵੀ ਲਾ ਦੇ, ਇਸ ਭਰਮ ਵਿੱਚੋਂ ਵੀ ਆਪਣੇ ਮਨ ਚੋਂ ਕੱਢ ਦੇ ਕਿ ਪ੍ਰਮਾਤਮਾ ਤੋਂ ਬਿਨਾਂ, ਕੇਸ਼ਵਾ ਬਚਾਉਣੀ, ਕਿ ਮਾਇਆ ਤੋਂ ਬਿਨਾਂ ਕੋਈ ਹੋਰ ਕੋਈ ਨਿਯਮ ਹੈ। ਮਾਇਆ ਦਾ ਬਣਾਇਆ ਹੋਇਆ ਨਿਯਮ ਪ੍ਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ ਚਲਾਉਣ ਦਾ ਜੋ ਬਣਾਇਆ ਹੋਇਆ, ਉਸ ਤੋਂ ਬਿਨਾਂ ਹੋਰ ਕੋਈ ਦੂਸਰੀ ਸ਼ਕਤੀ ਮਨੁੱਖ ਕੋਲ ਨਹੀਂ ਹੈ। ਤੋ ਨਾਮਦੇਵ ਜੀ ਨੇ ਆਪਣੇ ਹੀ ਇਹਨਾਂ ਬੋਲਾਂ ਨੂੰ ਆਪਣੀ ਬਾਣੀ ਵਿੱਚ ਹੋਰ ਵੀ ਬਹੁਤ ਸਾਰੇ ਸ਼ਬਦਾਂ ਦੇ ਅੰਦਰ ਬਿਆਨ ਕੀਤਾ ਹੈ ਕਿ ਜਦੋਂ ਅਸੀਂ ਸੰਸਾਰ ਦੀ ਰਚਨਾ ਵੱਲ ਵੇਖਦੇ ਹਾਂ ਤਾਂ ਉਸ ਪ੍ਰਮਾਤਮਾ ਤੋਂ ਬਿਨਾਂ ਕੁਝ ਵੀ ਨਹੀਂ। ਪ੍ਰਮਾਤਮਾ ਹੀ ਸਾਰਿਆਂ ਰੂਪਾਂ ਵਿੱਚ ਸਮਾਇਆ ਹੋਇਆ ਹੈ। ਸਭੈ ਕਟ ਰਾਮ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਇਹ ਸਾਰਿਆਂ ਹਿਰਦਿਆਂ ਦੇ ਅੰਦਰ, ਸਾਰੀ ਇਸ ਰਚਨਾ ਦੇ ਅੰਦਰ, ਹਰ ਘਟ ਘਟ ਦੇ ਅੰਦਰ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਜੋਤ ਖੋਲ ਰਹੀ ਹੈ। ਉਸ ਤੋਂ ਬਿਨਾਂ ਕੋਈ ਹੋਰ ਸ਼ਕਤੀ ਦੂਸਰੀ ਨਹੀਂ ਹੈ। ਏਕਲ ਮਾਟੀ ਕੁੰਚਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਜਿਵੇਂ ਕੁਮਾਰ ਇੱਕ ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਹੈ, ਇਵੇਂ ਪ੍ਰਮਾਤਮਾ ਨੇ ਵੀ ਆਪਣੇ ਇਸ ਸਿਸਟਮ ਦੇ ਅੰਦਰ, ਇੱਕ ਨਿਯਮ ਦੇ ਅੰਦਰ, ਇੱਕ ਮਿੱਟੀ ਤੋਂ ਹੀ ਇਹ ਵੱਖਰੇ ਵੱਖਰੇ ਪੁੱਤਰੇ ਬਣਾ ਦਿੱਤੇ ਹਨ, ਵੱਖਰੇ ਵੱਖਰੇ ਰੰਗ ਨਸਲ ਦੇ ਜੀਵ ਜੰਤ ਪੈਦਾ ਕਰ ਦਿੱਤੇ ਹਨ। ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਭਾਂਜਨ ਹੈ ਬਹੁ ਨਾਨਾ ਰੇ, ਅਤੇ ਕਈ ਤਰ੍ਹਾਂ ਦੇ ਭਾਂਡੇ ਕੁਮਾਰ ਮਿੱਟੀ ਦੇ ਬਣਾ ਦਿੰਦਾ ਹੈ। ਪ੍ਰਮਾਤਮਾ ਨੇ ਵੀ ਆਪਣੇ ਇਹਨਾਂ ਪੰਜਾਂ ਤੱਤਾਂ ਤੋਂ ਕਈ ਰੰਗਾਂ ਦੀ ਦੁਨੀਆ ਬਣਾਈ ਹੋਈ ਹੈ। ਭਾਵੇਂ ਹਾਥੀ ਹੋਣ, ਭਾਵੇਂ ਜੰਗਮ ਹੋਣ, ਪਤੰਗਮ, ਕੀੜੇ ਮਕੌੜੇ ਹੋਣ, ਹਰ ਚੀਜ਼ ਨੂੰ ਪ੍ਰਮਾਤਮਾ ਨੇ ਆਪਣੇ ਆਪ ਤੋਂ ਬਣਾਇਆ ਹੈ ਅਤੇ ਫਿਰ ਸਾਰਿਆਂ ਦੇ ਅੰਦਰ ਉਹ ਵਸ ਵੀ ਰਿਹਾ ਹੈ। ਅਸਥਾਵਰ ਜੰਗਮ ਕੀਟ ਪਤੰਗਮ, ਕਟ ਕਟ ਰਾਮ ਸਮਾਨਾ ਰੇ। ਇਹੀ ਗੱਲ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਮੈਂ ਜਦੋਂ ਵੇਖਦਾ ਹਾਂ ਕਿ ਉਸ ਪ੍ਰਮਾਤਮਾ ਦੀ ਜੋਤ ਸਾਰਿਆਂ ਦੇ ਅੰਦਰ ਵਸ ਰਹੀ ਹੈ, ਹਰ ਜੀਵ ਦੇ ਅੰਦਰ ਪ੍ਰਮਾਤਮਾ ਦੀ ਜੋਤ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਜਦੋਂ ਆਰਤੀ ਦਾ ਜ਼ਿਕਰ ਕਰਦਿਆਂ ਇਹ ਬਚਨ ਆਖੇ ਸਨ ਕਿ ਮੈਂ ਵੇਖਦਾ ਹਾਂ ਕਿ ਪ੍ਰਮਾਤਮਾ ਕਿਸੇ ਖਾਸ ਮੂਰਤੀ ਵਿੱਚ ਨਹੀਂ ਬਣਾਇਆ ਜਾ ਸਕਦਾ, ਉਸ ਦੀ ਕੋਈ ਖਾਸ ਆਰਤੀ ਨਹੀਂ ਕੀਤੀ ਜਾ ਸਕਦੀ।
ਸਾਰੇ ਜੀਵ ਉਸ ਦੀ ਆਰਤੀ ਕਰ ਰਹੇ ਹਨ। ਇਹ ਗਗਨਮੈ ਥਾਲ ਜੋ ਰਚਿਆ ਪਰਮਾਤਮਾ ਨੇ, ਇਸ ਦੇ ਅੰਦਰ ਆਰਤੀ ਸੁਤੇ ਸਿੱਧ ਹੋ ਰਹੀ ਹੈ। ਕਿਵੇਂ ਹੋ ਰਹੀ ਹੈ? ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਇਹੀ ਆਰਤੀ ਹੈ ਕਿ ਜੀਵ ਪਰਮਾਤਮਾ ਦੇ ਇਹਨਾਂ ਨਿਯਮਾਂ ਨੂੰ ਸਮਝਦਿਆਂ ਹੋਇਆਂ ਉਸ ਦੇ ਹੁਕਮ ਵਿੱਚ ਹੀ ਇਹ ਜੀਵ ਆਪਣੇ ਜੀਵਨ ਨੂੰ ਬਸਰ ਕਰ ਰਿਹਾ, ਚਾਹੇ ਚੰਗਾ ਕਰ ਰਿਹਾ ਚਾਹੇ ਮਾੜਾ ਕਰ ਰਿਹਾ। ਜਿਹੜੇ ਜੀਵ ਇਸ ਕੁਦਰਤ ਦੇ ਅੰਦਰ ਆ ਕੇ ਸਤਿਗੁਰੂ ਦੇ ਸ਼ਬਦ ਨਾਲ ਜੁੜ ਜਾਂਦੇ ਹਨ ਤੇ ਇਸ ਨਿਯਮ ਨੂੰ ਸਮਝ ਲੈਂਦੇ ਹਨ, ਉਹ ਤਾਂ ਰੱਬ ਦੀ ਰਜ਼ਾ ਵਿੱਚ ਤੁਰਦੇ ਹਨ। ਪਰ ਜਿਹੜੇ ਮਾਇਆ ਦੀ ਖੇਡ ਲੱਗ ਪੈਂਦੇ ਹਨ, ਉਹ ਪਰਮਾਤਮਾ ਨੂੰ ਭੁਲਾ ਕੇ ਖੁਆਰ ਵੀ ਹੋ ਜਾਂਦੇ ਹਨ। ਪਰ ਨਿਯਮ ਉਸ ਪਰਮਾਤਮਾ ਦਾ ਹੀ ਚੱਲ ਰਿਹਾ ਹੈ ਹਰ ਜੀਵ ਦੇ ਅੰਦਰ। ਆਖਰੀ ਬੰਦ ਵਿੱਚ ਸਤਿਗੁਰੂ ਜੀ ਫਿਰ ਜੀਵ ਨੂੰ ਸਮਝਾਉਂਦੇ ਹਨ। ਭਗਤ ਨਾਮਦੇਵ ਜੀ ਆਖਦੇ ਹਨ ਕਿ ਜੀਵ ਕਿਵੇਂ ਨੱਚ ਰਹੇ ਹਨ, ਇਸ ਦਾ ਧਿਆਨ ਧਰੀਏ। ਜੀਵ ਕਿਵੇਂ ਨੱਚ ਰਹੇ ਨੇ ਇਸ ਸ੍ਰਿਸ਼ਟੀ ਦੇ ਅੰਦਰ? ਜਿਸ ਨੂੰ ਜਿੰਨੀ ਸਮਝ ਉਨਾ ਹੀ ਉਹ ਕੰਮ ਕਰਦਾ, ਜਿਸ ਨੂੰ ਜਿੰਨੀ ਅਕਲ ਜਿੰਨੀ ਕੁ ਸੋਝੀ ਆਉਂਦੀ ਹੈ ਉਸ ਹਿਸਾਬ ਨਾਲ ਜੀਵ ਚੱਲਦਾ ਹੈ। ਕੋਈ ਅਗਿਆਨਤਾ ਵਿੱਚ ਇਹ ਜੀਵਨ ਬਰਬਾਦ ਕਰ ਲੈਂਦਾ, ਕੋਈ ਗਿਆਨ ਵਿੱਚ ਆ ਕੇ ਹਉਮੈ ਗੁਣ, ਰਜੋਗੁਣ, ਤਮੋਗੁਣ, ਸਤੋਗੁਣ ਦੇ ਵਿੱਚ ਫਸ ਜਾਂਦਾ ਹੈ। ਸਾਰੇ ਜੀਵ ਇਸ ਤਰ੍ਹਾਂ ਇਸਤਰੀ ਪੁਰਸ਼ ਦੇ ਰੂਪ ਵਿੱਚ ਮਸਤ ਹਨ ਅਤੇ ਨੱਚ ਰਹੇ ਹਨ। ਮਸਤ ਹਨ, ਕੋਈ ਵਿਰਲਾ ਹੈ ਕਿ ਇਹਨਾਂ ਵਿੱਚੋਂ ਕੋਈ ਗੁਣਾਂ ਤੋਂ ਉੱਪਰ ਉੱਠ ਕੇ ਸਤਿਗੁਰੂ ਦੇ ਬਚਨਾਂ ਨੂੰ ਸਮਝ ਕੇ ਇਸ ਮਾਇਆ ਦੇ ਜਾਲ ਨੂੰ ਤੋੜ ਦਿੰਦਾ ਹੈ ਅਤੇ ਮਾਇਆ ਤੋਂ ਨਿਰਲੇਪ ਹੋ ਕੇ ਆਪਣੇ ਜੀਵਨ ਨੂੰ ਰਜੋਗੁਣ, ਤਮੋਗੁਣ, ਸਤੋਗੁਣ ਇਹਨਾਂ ਮਾਇਆਵੀ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਆਪਣਾ ਜੀਵਨ ਉਸ ਪਰਮਾਤਮਾ ਦੇ ਨਾਲ ਜੋੜ ਲੈਂਦਾ। ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਇਹਨੂੰ ਸੰਸਾਰ ਦੀ ਰਚਨਾ ਦੀ ਅਸਲੀਅਤ ਸਮਝ ਆਏ ਕਿ ਜਿਸ ਵਿੱਚ ਮੈਂ ਮਸਤ ਹਾਂ ਇਹ ਤਾਂ ਇੱਕ ਦਿਨ ਖਤਮ ਹੋ ਜਾਣੀ, ਇਹ ਤੇ ਆਉਣ ਜਾਣ ਦਾ ਇੱਕ ਖੇਡ ਬਣਾਇਆ ਹੋਇਆ ਪਰਮਾਤਮਾ ਨੇ। ਉਦੋਂ ਜੀਵ ਫਿਰ ਭਟਕ ਕੇ ਫਿਰ ਸਤਿਗੁਰੂ ਦੇ ਦਰ ਤੇ ਆਉਂਦਾ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਪਿੰਦੀ ਉਬਕਲੇ ਸੰਸਾਰਾ ਰਮ ਪ੍ਰਮਿਆਏ ਤੁਮ ਤੇ ਦੁਆਰਾ। ਪਿੰਦੀ ਟਿੰਡਾ, ਉਬਕਲੇ ਡੁਬਕੀਆਂ ਲਾਉਂਦੀਆਂ ਹਨ ਸੰਸਾਰ ਦੇ ਵਿੱਚ। ਇਹ ਜੀਵ ਰੂਪੀ ਟਿੰਡਾਂ ਵੀ ਉਂਝ ਹੀ ਜਿਵੇਂ ਕਿਸੇ ਹਰਟ ਦੀਆਂ ਟਿੰਡਾਂ ਖੂਬ ਜਾ ਕੇ ਗੋਤਾ ਲਗਾਉਂਦੀਆਂ ਨੇ, ਉੱਥੋਂ ਪਾਣੀ ਭਰ ਕੇ ਲਿਆਂਦੀਆਂ ਨੇ, ਫਿਰ ਡੋਲ ਦਿੰਦੀਆਂ ਨੇ। ਇਸ ਤਰ੍ਹਾਂ ਡੁਬਕੀਆਂ ਲਗਾਉਂਦੀਆਂ ਚੱਕਰ ਕੱਟਦੀਆਂ ਰਹਿੰਦੀਆਂ ਨੇ। ਜੀਵ ਵੀ ਭਰਮ ਕੇ ਭਟਕ ਕੇ ਕਦੀ ਕਿਸੇ ਦਰ ਤੇ ਕਿਸੇ ਦਰ ਤੇ ਭਟਕਦਾ ਹੈ। ਫਿਰ ਆ ਕੇ ਜਦੋਂ ਉਸ ਦੀ ਕੋਈ ਤਸੱਲੀ ਨਹੀਂ ਹੁੰਦੀ ਤਾਂ ਜਿਵੇਂ ਅਸੀਂ ਰਹਿਰਾਸ ਵਿੱਚ ਪੜ੍ਹਦੇ ਹਾਂ, ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ, ਬਾਹ ਗਹਿ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਭਗਤ ਨਾਮਦੇਵ ਜੀ ਵੀ ਆਖਦੇ ਹਨ, ਇਹ ਵਾਹਿਗੁਰੂ ਮੈਂ ਸਾਰ ਸੰਸਾਰ ਦੀ ਰਚਨਾ ਨੂੰ ਵੇਖ ਲਿਆ, ਇੱਥੇ ਜੀਵ ਵੀ ਇਸ ਸੰਸਾਰ ਰੂਪੀ ਸਾਗਰ ਦੇ ਅੰਦਰ ਡੁਬਕੀਆਂ ਲਗਾ ਰਹੇ ਹਨ, ਡੁੱਬਦੇ ਹਨ, ਖਤਮ ਹੋ ਜਾਂਦੇ ਹਨ, ਫਿਰ ਪੈਦਾ ਹੁੰਦੇ ਹਨ, ਫਿਰ ਡੁਬਕੀਆਂ ਲਗਾ ਕੇ ਫਿਰ ਖਤਮ ਹੋ ਜਾਂਦੇ ਹਨ। ਜਿਵੇਂ ਉਹ ਟਿੰਡਾ ਪਾਣੀ ਨੂੰ ਭਟਕਾ ਰਹੀਆਂ ਨੇ, ਇਵੇਂ ਹੀ ਪਰਮਾਤਮਾ ਦੇ ਨਿਯਮ ਵਿੱਚ ਜੀਵ ਵੀ ਭਟਕ ਰਹੇ ਹਨ ਅਤੇ ਭਰਮ ਕੇ ਭਟਕ ਕੇ ਫਿਰ ਤੇਰੇ ਦਰ ਤੇ ਮੈਂ ਪਹੁੰਚਿਆ ਹਾਂ। ਇਹ ਵਾਹਿਗੁਰੂ, ਇਹ ਅਕਾਲ ਪੁਰਖ ਪਰਮ ਮਮੇ ਨੂੰ ਸਿਆਰੀ ਭਰਮ ਕੇ ਭਟਕ ਕੇ ਸਾਰੇ ਦਰਾਂ ਤੇ ਵੇਖ ਕੇ ਮੈਂ ਹੁਣ ਤੇਰੇ ਦਰ ਤੇ ਆਣ ਟੱਠਾ ਹਾਂ ਅਤੇ ਇੱਥੇ ਬੇਨਤੀ ਕਰਦਾ ਹਾਂ ਤੇ ਇਹ ਸਤਿਗੁਰੂ ਹੁਣ ਤੂੰ ਮੈਨੂੰ ਪੁੱਛੇ ਕਿ ਕੌਣ ਹੈ, ਮੈਂ ਇਸ ਤੋਂ ਵੱਧ ਕੁਝ ਨਹੀਂ ਦੱਸਦਾ ਕਿ ਮੇਰਾ ਨਾਮ ਇਹ ਹੈ। ਜਿਵੇਂ ਅਸੀਂ ਬਹੁਤ ਜਗ੍ਹਾ ਭਟਕ ਕੇ ਹਰ ਜਗ੍ਹਾ ਤੋਂ ਹਾਰ ਜਾਈਏ, ਆਖਰ ਜਾ ਕੇ ਕੋਈ ਸਹਾਰਾ ਮਿਲੇ, ਉੱਥੇ ਜਾ ਕੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਕੌਣ ਹੋ, ਅਸੀਂ ਆਪਣੇ ਨਾਮ, ਉਹ ਵੀ ਦੁਨੀਆ ਨੇ ਰੱਖਿਆ ਹੁੰਦਾ ਹੈ, ਉਸ ਨਾਮ ਤੋਂ ਬਿਨਾਂ ਹੋਰ ਕੁਝ ਨਹੀਂ ਦੱਸ ਸਕਦੇ। ਮੈਂ ਜੀਵਨ 'ਚ ਖਟਿਆ ਕੀ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ। ਜਦੋਂ ਪ੍ਰਮਾਤਮਾ ਦੇ ਦਰ ਤੇ ਆ ਕੇ ਵੀ ਸਾਨੂੰ ਕੋਈ ਪੁੱਛੇ, ਅਸੀਂ ਕੁਝ ਵੀ ਬਿਆਨ ਨਹੀਂ ਕਰਨ ਜੋਗੇ ਹੁੰਦੇ, ਕਿਉਂਕਿ ਸੰਸਾਰ ਵਿੱਚ ਕੁਝ ਖਟਿਆ ਹੀ ਨਹੀਂ ਹੁੰਦਾ। ਇਸ ਲਈ ਆਖਰੀ ਬੰਦ ਵਿੱਚ ਭਗਤ ਨਾਮਦੇਵ ਜੀ ਸਾਨੂੰ ਅਰਦਾਸ ਕਰਨ ਦਾ ਵੱਲ ਸਿਖਾ ਰਹੇ ਨੇ ਕਿ ਜਿਵੇਂ ਜੀਵ ਭਟਕ ਕੇ ਹਰ ਦਰ ਤੇ ਠੋਕਰਾਂ ਖਾ ਕੇ ਫਿਰ ਸਤਿਗੁਰੂ ਦੇ ਦਰ ਤੇ ਆਉਂਦਾ ਤੇ ਆ ਕੇ ਬੇਨਤੀ ਕਰਦਾ ਹੈ, ਪਾਤਸ਼ਾਹ ਤੁਸੀਂ ਮੈਨੂੰ ਅਗਰ ਪੁੱਛੋ ਤੂੰ ਕੌਣ ਰੇ, ਮੈਂ ਜੀ ਨਾਮਾ ਹੋ ਜੀ, ਮੈਨੂੰ ਤੁਸੀਂ ਪੁੱਛੋ। ਭਗਤ ਨਾਮਦੇਵ ਜੀ ਨਾਮਦੇਵ ਜੀ ਬਾਰੇ ਬਹੁਤ ਸਾਰੀਆਂ ਕਲਪ ਸਾਖੀਆਂ ਵੀ ਨੇ। ਭਗਤ ਨਾਮਦੇਵ ਜੀ ਨੂੰ 72 ਵਾਰ ਉਸ ਰੱਬ ਦੇ ਦਰਸ਼ਨ ਹੋਏ। ਉਹ ਦਰਸ਼ਨ ਸਾਖਸ਼ਾਤ ਰੂਪ ਵਿੱਚ, ਕਿਉਂਕਿ ਗੁਰਮਤਿ ਦਾ ਸਿਧਾਂਤ ਨਹੀਂ ਹੈ ਕਿ ਪਰਮਾਤਮਾ ਕਿਸੇ ਰੂਪ ਵਿੱਚ ਪ੍ਰਗਟ ਹੋ ਕੇ ਦਰਸ਼ਨ ਦਿੰਦਾ ਹੋਵੇਗਾ, ਪਰ ਭਗਤ ਨਾਮਦੇਵ ਜੀ ਨੇ ਮਹਿਸੂਸ ਇੰਝ ਕੀਤਾ ਜਿਵੇਂ ਗੁਰੂ ਸਾਹਿਬ ਬਾਣੀ ਦੇ ਅੰਦਰ ਵੀ ਉਸ ਪਰਮਾਤਮਾ ਨੂੰ ਆਪਣੀ ਮਾਤਾ ਪਿਤਾ ਦੇ ਰੂਪ ਵਿੱਚ ਵੇਖਦੇ ਆਖਦੇ ਹਨ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ।
इवें परमात्मा नूं भी अपने साख स्वरूप जदों जीव भटक के उसदे दर ते जांदा है ते भगत नामदेव जी आखदे ने हे वाहिगुरू हुण तूं मैनूं सवाल पुछे कि कौन है, मैं होर कुछ नहीं दस सकदा। मैं जी हे वाहिगुरू जी मैं नामा हाँ, मैं नामदेव हाँ, मेरा नाम ही नामदेव है। इसलिए हे वाहिगुरू जी कृपा करो, मेरी बेनती प्रवान करो, मैं तेरे दर से आया हाँ। आला ते निवारण जम कारण आला, आला ਦਾ ਅਰਥ ਹੈ ਆਲ੍ਹ, ਘਰ, ਟਿਕਾਣਾ। ਆਲਾ ਤੇ ਨਿਵਾਰਣਾ, ਮੈਨੂੰ ਇਸ ਮਾਇਆ ਜਾਲ ਦੇ ਘਰ ਵਿੱਚੋਂ ਨਿਵਾਰ ਲਓ, ਕਿਉਂਕਿ ਇਸ ਮਾਇਆ ਜਾਲ ਦੇ ਅੰਦਰ ਮੌਤ ਦਾ ਡਰ, ਜਮਾਂ ਦਾ ਡਰ ਹਮੇਸ਼ਾ ਸਤਾਉਂਦਾ ਰਹਿੰਦਾ ਹੈ। ਜੀਵ ਜਦੋਂ ਮਾਇਆ ਜਾਲ ਵਿੱਚ ਫਸਦਾ ਰਹਿੰਦਾ ਹੈ ਤੇ ਜੀਵ ਇਸੇ ਮਾਇਆ ਜਾਲ ਵਿੱਚ ਫਸ ਕੇ ਆਪਣੀ ਆਤਮਿਕ ਮੌਤ ਸਹੇੜਦਾ ਰਹਿੰਦਾ ਹੈ, ਹਮੇਸ਼ਾ ਦੁਖੀ ਰਹਿੰਦਾ ਹੈ। ਇਸ ਤੋਂ ਬਚਣ ਲਈ ਆਪਣੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਆ ਕੇ ਨਤਮਸਤਕ ਹੋਈਏ, ਬੇਨਤੀ ਕਰੀਏ, हे ਸਤਿਗੁਰੂ ਜੀ ਮੈਂ ਤੇਰੇ ਦਰ ਤੇ ਆਇਆ ਹਾਂ, ਮੈਨੂੰ ਇਸ ਮਾਇਆ ਜਾਲ ਤੋਂ ਬਚਾ ਲਓ। ਇਹੀ ਮੇਰੀ ਆਤਮਿਕ ਮੌਤ ਦਾ ਡਰ, ਇਹੀ ਸਹਿਮ ਮੈਨੂੰ ਹਮੇਸ਼ਾ ਸਤਾਉਂਦਾ ਰਹਿੰਦਾ ਹੈ। ਇਸ ਲਈ ਮੈਂ ਇਹ ਬੇਨਤੀ ਕਰਦਾ ਹਾਂ। ਆਲਾ ਦਾ ਅਰਥ ਹੋ ਗਿਆ ਆਲ੍ਹ, ਘਰ। ਇਹ ਮਾਇਆ ਜਾਲ ਵੀ ਇੱਕ ਘਰ ਹੈ। ਜਿਹੜਾ ਇਸ ਵਿੱਚ ਫਸ ਗਿਆ ਉਹ ਤੇ ਇਸ ਵਿੱਚ ਤਬਾਹ ਹੋ ਗਿਆ, ਪਰ ਜਿਹੜਾ ਇਸ ਜਾਲ ਵਿੱਚੋਂ ਨਿਕਲ ਗਿਆ, ਉਹਨਾਂ ਪਕਸ਼ੀਆਂ ਦੀ ਤਰ੍ਹਾਂ ਨਹੀਂ ਜਿਨ੍ਹਾਂ ਵਿੱਚੋਂ ਕਿਸੇ ਨੇ ਕਿਹਾ ਸੀ ਕਿ ਤੁਸੀਂ ਸ਼ਿਕਾਰੀ ਆਏਗਾ, ਦਾਣਾ ਪਾਏਗਾ, ਜਾਲ ਪਾਏਗਾ, ਤੇ ਲੇਕਿਨ ਅਸੀਂ ਫਸਾਂਗੇ ਨਹੀਂ। ਅਸੀਂ ਬਾਣੀ ਪੜ੍ਹਦੇ ਤਾਂ ਹਾਂ ਕਿ ਇਸ ਸੰਸਾਰ ਦੇ ਵਿੱਚ ਇਹ ਮਾਇਆ ਜਾਲ ਪਸਰਿਆ ਹੋਇਆ, ਪਰ ਇਹਦੇ ਵਿੱਚ ਫਸੀ ਜਾਂਦੇ ਹਾਂ। ਬਾਣੀ ਪੜ੍ਹਦਿਆਂ ਵੀ ਅਸੀਂ ਉਹਦੇ ਦਰ ਤੇ ਆ ਕੇ ਟੱਠਦੇ ਨਹੀਂ। ਤੇ ਭਗਤ ਨਾਮਦੇਵ ਜੀ ਆ ਕੇ ਆਖਦੇ ਹਨ ਕਿ हे ਵਾਹਿਗੁਰੂ ਜੀ ਕਿਰਪਾ ਕਰੋ, ਮੈਨੂੰ ਇਹਨਾਂ ਜਮਾਂ ਦੀ ਮਾਰ ਤੋਂ ਬਚਾ ਲਓ, ਤਾਂ ਕਿ ਹੋਰ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਵੀ ਨਹੀਂ ਹੈ। ਤੇ ਗੁਰਬਾਣੀ ਦੇ ਅੰਦਰ ਇਸ ਗੱਲ ਨੂੰ ਬਹੁਤ ਸਾਰੇ ਸ਼ਬਦਾਂ ਵਿੱਚ ਇੰਜ ਵੀ ਬਿਆਨ ਕੀਤਾ ਗਿਆ, ਪਰੇ ਸ਼ਰਨ ਆਨ ਸਭ ਤਿਆਗ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ। हे ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਪਰੇ ਸ਼ਰਨ ਤੇਰੀ ਸ਼ਰਨ ਵਿੱਚ ਆ ਗਿਆ ਹਾਂ, ਆਨ ਸਭ ਤਿਆਗ, ਹੋਰ ਸਭ ਕੁਝ ਨੂੰ ਮੈਂ ਛੱਡ ਦਿੱਤਾ ਹੈ। ਤਜ ਆਨ ਸ਼ਰਨ ਗਹੀ, ਮੈਂ ਸਭ ਕੁਝ ਛੱਡ ਕੇ ਤਜ ਆਨ ਸ਼ਰਨ ਗਹੀ, ਮੈਂ ਸਾਰਾ ਕੁਝ ਛੱਡ ਕੇ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਹੁਣ ਵਾਹਿਗੁਰੂ ਤੂੰ ਆਪ ਹੀ ਮੈਨੂੰ ਇਸ ਮਾਇਆ ਜਾਲ ਚੋਂ ਬਚਾ ਲਓ। ਅਵਰ ਨ ਸੂਝੈ ਦੂਜੀ ਠਾਰ, ਕਿਉਂਕਿ ਹੋਰ ਟਿਕਾਣਾ ਵੀ ਕੋਈ ਨਹੀਂ ਦਿੱਤਾ। ਇਹ ਸਤਿਗੁਰੂ ਤੇਰੇ ਦਰ ਤੇ ਆਇਆ ਹਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸ਼ੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਰ, ਅਲੇਖੈ ਛੂਟੈ ਹਮ ਦਰਗੁਣ ਲੇਹੋ ਉਬਾਰੀ, ਸਦ ਬਖਸ਼ਿਨ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਓ ਇਹ ਬਾਰੀ, ਇਹ ਬਾਰੀ, ਇਹ ਜੀਵਨ ਦਾ ਸਮਾਂ ਜੋ ਮਿਲਿਆ। ਇਹ ਵਾਹਿਗੁਰੂ ਹੁਣ ਹੋਰ ਪਾਸੋਂ ਮੈਂ ਵੇਖ ਲਿਆ, ਕਿਤੇ ਵੀ ਇਹ ਸਫਲ ਹੋਣ ਦਾ ਸਾਧਨ ਨਹੀਂ। ਤੇਰੇ ਦਰ ਤੇ ਆ ਗਿਆ ਹਾਂ, ਆਪ ਹੀ ਕਿਰਪਾ ਕਰਕੇ ਆਲਾ ਤੇ ਨਿਵਾਰਨਾ ਜਮ ਕਰਨਾ। ਮੈਂ ਨਾਮਦੇਵ ਤੇਰੇ ਦਰ ਤੇ ਆ ਕੇ ਡੱਠਾ ਹਾਂ, ਮੈਨੂੰ ਇਹਨਾਂ ਜਮਾਂ ਦੀ ਮਾਰ ਤੋਂ, ਇਹਨਾਂ ਮਾਇਆਵੀ ਵਿਕਾਰਾਂ ਦੀ ਮਾਰ ਤੋਂ ਬਚਾ ਕੇ ਆਪਣੇ ਨਾਲ ਜੋੜ ਲਵੋ ਜੀ। ਇਹ ਅਰਦਾਸ ਕਰੀਏ। ਸਤਿਗੁਰੂ ਪਿਛਲੇ ਔਗਣ ਬਖਸ਼ ਲਿਓ, ਪ੍ਰਭੇ ਆਗੇ ਮਾਰਗ ਪਾਵੈ, ਆਪਣੇ ਰਾਹ ਤੇ ਤੁਰਨ ਦੀ ਜਾਚ ਸਿਖਾ ਦਿਓ। ਜਿਉਂ ਅਸੀਂ ਇਸ ਅਰਦਾਸ ਨੂੰ ਕਰਦੇ ਹਾਂ, ਸਤਿਗੁਰੂ ਆਪ ਸਾਨੂੰ ਸੋਝੀ ਬਖਸ਼ਦੇ ਹਨ ਅਤੇ ਇਸ ਮਾਇਆ ਜਾਲ ਤੋਂ ਬਚਾ ਕੇ ਸਾਨੂੰ ਉਸ ਪਰਮਾਤਮਾ ਨਾਲ ਜੋੜਨ ਦਾ ਰਾਹ ਬਣਾ ਦਿੰਦੇ ਹਨ। ਸਤਿਗੁਰੂ ਬਖਸ਼ਿਸ਼ ਕਰਨ। ਅਸੀਂ ਵੀ ਇਸ ਸ਼ਬਦ ਤੋਂ, ਭਗਤ ਨਾਮਦੇਵ ਜੀ ਦੇ ਇਸ ਪਾਵਨ ਬੋਲਾਂ ਤੋਂ ਕੁਝ ਸੇਧ ਲੈ ਸਕੀਏ ਅਤੇ ਆਪਣੇ ਜੀਵਨ ਦੇ ਅੰਦਰੋਂ ਇਸ ਮਾਇਆ ਜਾਲ ਤੋਂ ਬਚਣ ਦਾ ਕੁਝ ਉਪਰਾਲਾ ਇਸ ਅਰਦਾਸ ਬੇਨਤੀ ਰਾਹੀਂ ਕਰੀਏ ਕਿ हे ਵਾਹਿਗੁਰੂ ਪ੍ਰਮ ਪਰਮਿਆਏ ਉਮਚੇ ਦੁਆਰਾ ਤੂੰ ਕੁਨਰੇ, ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਰਨਾ, ਮੈਨੂੰ ਇਸ ਮਾਇਆ ਜਾਲ ਤੋਂ ਬਚਾ ਲਵੋ। ਇਹ ਅਰਦਾਸ ਕਰੀਏ। ਫਿਰ ਵਾਹਿਗੁਰੂ ਆਪ ਮਿਹਰ ਕਰਨ, ਸਾਨੂੰ ਬਾਣੀ ਦਾ ਰਸ ਆ ਜਾਏ ਕਿ ਲੋਕ ਅਤੇ ਪਰਲੋਕ ਸੁਹੇਲੇ ਹੋ ਜਾਣ। ਹੋਈਆਂ ਭੁੱਲਾਂ ਦੀ ਖਿਮਾ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।